सतनाम श्री वाहिगुरु साहिब जीओ। तुद आगे अरदास हमारी, जियो पिंड सब तेरा। कहो नानक सब तेरी वड्याई, कोई नाऊ ना जान मेरा। मैं मूरख की केतक बात है, कोट पराधी तरियारे। गुरु नानक जिन्ना सुनिया पेखिया, से फिर पास ना परियारे। सुनी अरदास सुआमी मेरा, सर्व कला बन आई। प्रगट भई सगले जुग अंतर, गुरु नानक की वड्याई। प्रगट भई सगले जुग अंतर, गुरु नानक की वड्याई। जुगो जुग अटल चवर छत्र तखत दे मालक, दसां पातशाहियां जी दी जोत हाजर नाजर श्री गुरु ग्रंथ साहिब महाराज जी दे पावन पवित्र सतगुरां दे सन्मुख हजूरी अंदर जुड़ बैठी गुरु प्यारी गुरु सवारी। गुरु की साजी साज के नवाजी, गुरु का खास रूप खालसा साध संगत जीओ। आओ कुछ समय लई सतगुरु जी दे पावन पवित्र चरण कमलों दे नाल मन विरतियां कागर करके जुड़ करके बैठन की कृपालता करिए। समय और सुआसां नूं सफला करिए, सतगुरां दियां खुशियां प्राप्त करना करिए। चल रही लड़ीवार शब्द विचार कथा गुरबाणी, सरवण करना करिए आप संगत ने। जो हुण तक लड़ीवार शब्द विचार कथा गुरबाणी सरवण कीती है, वो विचार इथों तक सी कि जिस वेले सतगुरु गुरु हरगोबिंद महाराज छेवें पातशाह मेरी पीरी दे मालक कृपालू दयालु सतगुरु जी करतारपुर दी धरती ते विराजमान है, शशोवत है, जिथे सतगुरु जी दी बख्शिश रहमत वरत रही है, जिथे काफ़ी रौनकां लगियां संगतां सतगुरु जी दे सन्मुख काफ़ी वड्डी तादाद दे विच पहुंचदियां रोजाना कंटीन्यू नितनेम अनुसार सतगुरु जी दीयां बख्शिशां वरत रहीआं ने। ते कहंदे इत्थे हुण सतगुरु जी दा प्यारा पैंदे खां पठान, जिहड़ा कि गुरु नानक दे दरकर दे विखे काफ़ी लंबे समय तो जुड़िया होया। ये विचार कर लीए कि पैंदे खां पठान नूं सुरत ही गुरु घर विखे आई है, इत्थे ही रहिंदा, इत्थे इहदी परवरिश हुई है, इत्थे दी देख रेख कीती गई है। खाण पीण पहनण हंडाउण दी शास्त्र विद्या जो भी सब कुछ कहंदे गुरु नानक दे दरकर तो ही प्राप्त होया। इनू विआह आनंद कारज दी शादी जिहड़ी निकाह वो भी कहंदे इत्थों ही सतगुरु जी ने कीता। इहदे ग्रह विख एक पुत्री है, वो काफ़ी वड्डी हुई है, ते हुण बाद विच कहंदे एक पुत्र ने जन्म लिया, 2 बच्चे इहदे ग्रह विखे पैंदे खां पठान दे। ते इहदी पुत्री विआउण दे लायक हुई है। उस वेले पैंदे खां पठान ने विचार कीती, सतगुरु जी तो हुक्म लिया, सतगुरु जी आ मेरी पुत्री
ਮੇਰੀ ਧੀ ਜਵਾਨ ਹੋਈ ਹੈ, ਹੁਣ ਵਿਆਹ ਦਿੱਤੀ ਜਾਵੇ, ਨਿਕਾਹ ਕਰ ਦਿੱਤਾ ਜਾਵੇ ਬਾਹਰ ਲੱਭ ਕੇ। ਉਸ ਵੇਲੇ ਢੂੰਡ ਕੀਤੀ ਗਈ ਤੇ ਪੈਂਦੇ ਖਾਂ ਪਠਾਨ ਨੂੰ ਕਹਿੰਦੇ ਇੱਕ ਛੋਟੇ ਮੀਰ ਨਗਰ ਹੈ, ਛੋਟੇ ਮੀਰ ਨਗਰ ਵਿਖੇ ਇੱਕ ਅਸਮਾਨ ਖਾਨ, ਜੋ ਕਿ ਬਹੁਤ ਸੁੰਦਰ ਲੜਕਾ, ਉੱਚਾ ਲੰਮਾ ਨੌਜਵਾਨ ਹੈ, ਜਿਹੜਾ ਕਿ ਸ਼ਾਹਜਹਾਨ ਦੇ ਸਨਮੁਖ ਕਾਫੀ ਵੱਡੀ ਵਧੀਆ ਚੰਗੀ ਨੌਕਰੀ ਤੇ ਲੱਗਿਆ। ਉੱਥੇ ਨੌਕਰੀ ਕਰਦਾ, ਅਹੁਦੇਦਾਰੀ ਕਰਦਾ। ਉਸਮਾਨ ਖਾਨ ਦੇ ਨਾਲ ਛੋਟੇ ਮੀਰ ਨਗਰ ਵਿਖੇ ਪੈਂਦੇ ਖਾਂ ਪਠਾਨ ਦੀ ਲੜਕੀ ਦਾ ਜਿਹੜਾ ਵਿਆਹ ਸੀ, ਆਨੰਦ ਕਾਰਜ ਸੀ, ਨਿਕਾਹ ਸੀ, ਉਹ ਕਰਵਾ ਦਿੱਤਾ ਗਿਆ। ਬੜੇ ਖੁਸ਼ੀਆਂ ਦੇ ਨਾਲ, ਚਾਉ ਦੇ ਨਾਲ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਨੇ ਪੈਂਦੇ ਖਾਂ ਪਠਾਨ ਦੀ ਪੁੱਤਰੀ ਨੂੰ ਆਪਣੀ ਪੁੱਤਰੀ ਜਾਣਦਿਆਂ ਹੋਇਆਂ, ਬੀਬੀ ਬੀਰੋ ਦੇ ਸਮਾਨ ਸਮਝਦਿਆਂ ਹੋਇਆਂ, ਉਹ ਸਾਰੇ ਨਿਕਾਹ ਦੇ ਜੋ ਕਾਰਜ ਨੇ ਸਤਿਗੁਰੂ ਜੀ ਨੇ ਸਿੱਖਾਂ ਤੋਂ ਕਰਵਾਏ। ਆਪਣੀ ਦੇਖ ਰੇਖ ਹੇਠਾਂ ਜਿਵੇਂ ਜਿਵੇਂ ਉਹਨਾਂ ਦੇ ਰੀਤ ਰਿਵਾਜ ਸਨ, ਉਹਦੇ ਮੁਤਾਬਕ ਸਾਰੀ ਵਿਚਾਰ ਕੀਤੀ ਗਈ। ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਵਰਤਣਾ ਕੀਤੀ ਪਿਆਰਿਓ। ਉਦਾਂ ਜਿਵੇਂ ਜਿਵੇਂ ਵਿਚਾਰ ਹੈ ਉਸੇ ਮੁਤਾਬਕ ਸਾਰੇ ਵਿਹਾਰ ਕੀਤੇ ਨੇ। ਤੇ ਜਦੋਂ ਨਿਕਾਹ ਕਰ ਦਿੱਤਾ ਗਿਆ ਤੇ ਪੈਂਦੇ ਖਾਂ ਪਠਾਨ ਦੇ ਗ੍ਰਹਿ ਵਿਖੇ ਇਹਦੇ ਪੁੱਤਰ ਦੀ ਜਿਹੜੀ ਉਮਰ ਹੈ, ਅਵਸਥਾ ਹੈ, ਉਹ ਛੋਟੀ ਹੈ, ਬਾਲ ਅਵਸਥਾ। ਇਹਦੇ ਪੁੱਤਰ ਦਾ ਨਾਮ ਸੈਦੇ ਖਾਨ ਸਤਿਗੁਰੂ ਜੀ ਨੇ ਰੱਖਿਆ। ਤੇ ਪੁੱਤਰ ਛੋਟਾ ਹੋਣ ਕਾਰਨ ਕਰਕੇ ਧੀ ਵਿਆਹ ਦਿੱਤੀ ਗਈ। ਤੇ ਹੁਣ ਕਹਿੰਦੇ ਘਰ ਦੇ ਵਿੱਚ ਕੰਮ ਕਾਜ ਵੱਲੋਂ ਬੜੀ ਦਿੱਕਤ ਆਉਣ ਲੱਗੀ। ਉਸ ਨੂੰ ਮੁੱਖ ਰੱਖਦਿਆਂ ਤੇ ਨਾਲ ਆਪਣੀ ਧੀ ਨੂੰ ਪਿਆਰ ਕਰਦਿਆਂ ਪੈਂਦੇ ਖਾਂ ਪਠਾਨ ਨੇ ਬੇਨਤੀ ਕੀਤੀ ਛੋਟੇ ਮੀਰ ਨਗਰੇ ਦੇ ਮਾਤਾ ਪਿਤਾ ਕੋਲ ਕਿ ਅਸੀਂ ਅਸਮਾਨ ਖਾਨ ਨੂੰ ਆਪਣੇ ਕੋਲੇ ਰੱਖਣਾ ਚਾਹੁੰਦੇ ਹਾਂ, ਭਾਵ ਧੀ ਜਵਾਈ ਰੱਖਣਾ ਚਾਹੁੰਦੇ ਹਾਂ। ਬਾਅਦ ਵਿੱਚ ਗੱਲਬਾਤ ਵਿਚਾਰ ਬਣੀ ਤੇ ਕਹਿੰਦੇ ਅਸਮਾਨ ਖਾਂ ਇੱਧਰੇ ਪੈਂਦੇ ਖਾਂ ਪਠਾਨ ਦੇ ਕੋਲ ਰਹਿਣ ਲੱਗਿਆ। ਪੈਂਦੇ ਖਾਂ ਪਠਾਨ ਵੀ ਬੜਾ ਆਪਣੇ ਪੁੱਤਰਾਂ ਵਾਂਗੂ ਕਹਿੰਦੇ ਅਸਮਾਨ ਖਾਨ ਦਾ, ਆਪਣੇ ਜਵਾਈ ਦਾ ਬਹੁਤ ਜ਼ਿਆਦਾ ਪਿਆਰ ਕਰਦਾ ਏ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤਦੀ ਹੈ। ਜੋ ਵੀ ਵਸਤੂ ਸਤਿਗੁਰੂ ਜੀ ਪੈਂਦੇ ਖਾਂ ਪਠਾਨ ਨੂੰ ਦਿੰਦੇ ਆ, ਉਹਦੇ ਵਿੱਚੋਂ ਕਾਫੀ ਹੱਦ ਤੱਕ ਹਿੱਸਾ ਜਿਹੜਾ ਕਹਿੰਦੇ ਆਪਣੇ ਜਵਾਈ ਨੂੰ ਪ੍ਰਦਾਨ ਕਰ ਦਿੰਦੇ ਨੇ, ਦੇ ਦਿੰਦੇ ਆ। ਬੜਾ ਪਿਆਰ ਕਰਦੇ। ਇਸ ਦਾ ਪੈਂਦੇ ਖਾਂ ਪਠਾਨ ਦੀ ਪਤਨੀ ਕਹਿੰਦੇ ਉਹ ਵੀ ਆਪਣੇ ਜਵਾਈ ਨੂੰ ਬੜਾ ਪਿਆਰ ਕਰਦੀ ਹੈ, ਆਪਣੇ ਪੁੱਤਰ ਸਮਾਨ ਸਮਝਦੀ ਹੈ। ਇਹ ਕਹਿ ਲੋ ਕਿ ਪੁੱਤਰ ਹੈ। ਤੇ ਉਸ ਵੇਲੇ ਸਤਿਗੁਰੂ ਜੀ ਦੀ ਇਹੋ ਜੀ ਕਿਰਪਾ ਰਹਿਮਤ ਵਰਤੀ, ਕਹਿੰਦੇ ਇਦਾਂ ਦੀ ਵਿਚਾਰ ਵਰਤਣਾ ਕੀਤੀ। ਤੇ ਜਿਹੜਾ ਅਸਮਾਨ ਖਾਂ ਪੈਂਦੇ ਖਾਨ ਦਾ ਜਵਾਈ ਹੈ, ਇਹ ਵੀ ਹੁਣ ਗੁਰੂ ਨਾਨਕ ਦੇ ਦਰਕਾਰ ਦੇ ਨਾਲ ਜੁੜਿਆ। ਆਪਣੇ ਸੱਸ ਔਰ ਸਹੁਰਾ ਦੀ ਭਾਵਨਾ ਵੇਖ ਕੇ, ਸ਼ਰਧਾ ਦੇਖ ਕੇ ਤੇ ਸਤਿਗੁਰੂ ਜੀ ਬਖਸ਼ਿਸ਼ਾਂ ਰਹਿਮਤਾਂ ਵਰਤਾਉਣ ਲੱਗੇ ਨੇ ਉਸ ਵੇਲੇ। ਤੇ ਕਹਿੰਦੇ ਸਮਾਂ ਬਤੀਤ ਹੁੰਦਾ ਗਿਆ। ਇੱਕ ਦਿਨ ਵਿਚਾਰ ਹੋਈ, ਕਹਿੰਦੇ ਉਸੇ ਕਰਤਾਰਪੁਰ ਦੀ ਧਰਤੀ ਤੇ ਇੱਕ ਲਾਲ ਚੰਦ, ਜਿਹਦੀ ਪਤਨੀ ਬਿਸ਼ਨ ਕੌਰ ਹੈ ਤੇ ਇਹਨਾਂ ਦੀ ਲੜਕੀ ਗੁਜਰੀ ਹੈ। ਉਹਨਾਂ ਨੇ ਕਾਫੀ ਸਮੇਂ ਪਹਿਲਾਂ ਕਹਿੰਦੇ ਕਰਤਾਰਪੁਰ ਦੀ ਧਰਤੀ ਤੇ ਹੀ ਸਤਿਗੁਰੂ ਤੇਗ ਬਹਾਦਰ 9ਵੇਂ ਪਾਤਸ਼ਾਹ, ਜਿਨ੍ਹਾਂ ਨੇ ਗੁਰਤਾ ਗੱਦੀ ਪ੍ਰਾਪਤ ਕਰਨੀ ਹੈ, ਉਹਨਾਂ ਨੂੰ ਛੋਟੀ ਉਮਰ ਦੇ ਵਿੱਚ ਮੰਗ ਦਿੱਤਾ ਸੀ, ਮੰਗਣੀ ਕਰ ਦਿੱਤੀ ਸੀ, ਸ਼ਗਨ ਲਾ ਦਿੱਤਾ ਸੀ। ਤੇ ਜਦੋਂ ਇਦਾਂ ਦੇਖਿਆ ਕਿ ਪੈਂਦੇ ਖਾਂ ਪਠਾਨ ਦੀ ਲੜਕੀ ਦੇ ਨਿਕਾਹ ਹੋ ਚੁੱਕਿਆ, ਵਿਆਹ ਹੋ ਗਿਆ, ਤੇ ਅਸੀਂ ਆਪਣੀ ਗੁਜਰੀ ਦਾ ਵੀ ਵਿਆਹ ਕਹਿੰਦੇ ਹੁਣ ਤੇਗ ਬਹਾਦਰ ਦੇ ਨਾਲ ਕਰੀਏ ਤੇ ਸਤਿਗੁਰੂ ਜੀ ਤੋਂ ਸਲਾਹ ਲਈਏ। ਉਹਨਾਂ ਨੇ ਇਹ ਵਿਚਾਰ ਬਣਾਈ, ਕਹਿੰਦੇ ਲਾਲ ਚੰਦ ਜੀ ਨੇ
ਭਾਈ ਲਾਲ ਚੰਦ ਜੀ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ ਬੜੇ ਸਿੱਖ ਸ਼ਰਧਾਲੂ ਹੈ। ਗੁਰੂ ਨਾਨਕ ਦੇ ਦਰਕਾਰ ਦੇ ਨਾਲ ਜੁੜੇ ਆ। ਬੜੀ ਪ੍ਰੇਮ ਭਾਵਨਾ ਸ਼ਰਧਾ ਉਹਨਾਂ ਦੀ ਸਤਿਗੁਰ ਦੇ ਪ੍ਰਤੀ। ਹੁਣ ਜੇਕਰ ਗੁਰੂ ਪਿਆਰਿਓ ਇਦਾਂ ਪ੍ਰੇਮ ਭਾਵਨਾ ਸ਼ਰਧਾ ਲੈ ਕੇ ਸਤਿਗੁਰ ਦੇ ਸਨਮੁਖ ਜੁੜਦੇ ਆ ਨਾ, ਤੇ ਸਤਿਗੁਰੂ ਜੀ ਦੇ ਸਨਮੁਖ ਕਹਿੰਦੇ ਆਟੋਮੈਟਿਕਲੀ ਇੱਕ ਵੱਖਰੇ ਤੌਰ ਤੇ ਰਿਲੇਸ਼ਨ ਜੁੜ ਜਾਂਦੇ ਨੇ। ਸਤਿਗੁਰੂ ਜੀ ਕਿਸੇ ਨੂੰ ਆਪਣਾ ਸਿੱਖ ਬਣਾ ਲੈਂਦੇ ਨੇ, ਕਿਸੇ ਦੇ ਉੱਤੇ ਕਿਵੇਂ ਬਖਸ਼ਿਸ਼ ਰਹਿਮਤ ਵਰਤਾਉਂਦੇ ਨੇ। ਹੁਣ ਕਹਿੰਦੇ ਭਾਈ ਲਾਲ ਚੰਦ ਜੀ ਸਤਿਗੁਰ ਦਾ ਪ੍ਰੇਮੀ ਹੈ, ਸ਼ਰਧਾਵਾਨ ਹੈ, ਤੇ ਇਹਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਰਹਿਮਤ ਕੀਤੀ, ਆਪਣਾ ਕੁੜਮ ਬਣਾ ਲਿਆ, ਰਿਸ਼ਤੇਦਾਰੀ ਦੇ ਤਬਦੀਲ ਕਰ ਦਿੱਤਾ ਸਤਿਗੁਰੂ ਜੀ ਨੇ। ਉਸ ਵੇਲੇ ਭਾਈ ਲਾਲ ਚੰਦ ਨੇ ਵਿਚਾਰ ਕੀਤੀ, ਤੇਗ ਬਹਾਦਰ ਜੀ ਦੇ ਨਾਲ ਸਾਡੀ ਪੁੱਤਰੀ ਗੁਜਰੀ ਦਾ ਜਿਹੜਾ ਰਿਸ਼ਤਾ ਹੈ, ਜਿਹੜੀ ਮੰਗਣੀ ਕਾਫੀ ਲੰਮੇ ਸਮੇਂ ਤੋਂ ਹੋਈ ਹੈ, ਹੁਣ ਸਾਡੇ ਵੀ ਮਨ ਦੇ ਵਿੱਚ ਚਾਉ ਉਤਪੰਨ ਹੋਇਆ, ਪੈਦਾ ਹੋਇਆ ਕਿ ਅਸੀਂ ਵੀ ਗੁਜਰੀ ਨੂੰ ਤੇਗ ਬਹਾਦਰ ਦੇ ਨਾਲ ਵਿਆਹ ਆਨੰਦ ਕਾਰਜ ਕਰ ਦਈਏ, ਤੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਸਾਡੀ ਪੁੱਤਰੀ ਗੁਜਰੀ ਨੂੰ ਆਪਣੀ ਨੂੰਹ ਦੇ ਰੂਪ ਦੇ ਵਿੱਚ ਸਵੀਕਾਰ ਕਰਨ। ਇਹ ਬੇਨਤੀ ਕਰੀਏ ਸਤਿਗੁਰ ਦੇ ਸਨਮੁਖ। ਉਸ ਵੇਲੇ ਭਾਈ ਲਾਲ ਚੰਦ ਨੇ ਆਪਣੀ ਪਤਨੀ ਦੇ ਨਾਲ ਜਦੋਂ ਵਿਸ਼ਨ ਕੌਰ ਦੇ ਨਾਲ ਇਹ ਵਿਚਾਰ ਕੀਤੀ ਤੇ ਬੜੀ ਖੁਸ਼ ਹੋਈ ਹੈ। ਉਹ ਕਹਿੰਦੀ ਵਾਕਈ ਇਹ ਬਹੁਤ ਸ਼ਲਾਘਾਯੋਗ ਵਿਚਾਰ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸਨਮੁਖ ਇਹ ਬੇਨਤੀ ਕਰੀਏ, ਕਿਉਂਕਿ ਜਦੋਂ ਕੋਈ ਇਦਾਂ ਦਾ ਸ਼ੁਭ ਵਿਚਾਰ ਹੋਵੇ, ਸ਼ੁਭ ਕਰਮ ਹੋਵੇ, ਉਹਨੂੰ ਦੇਰੀ ਨਹੀਂ ਲਾਉਣੀ ਚਾਹੀਦੀ। ਉਸੇ ਵਕਤ ਉਸ ਕਾਰਜ ਨੂੰ ਨਿਪਟਾ ਦੇਣਾ ਚਾਹੀਦਾ। ਇਦਾਂ ਵਿਚਾਰ ਕਰਕੇ ਕਹਿੰਦੇ ਇੱਕ ਬ੍ਰਾਹਮਣ ਬੁਲਾਇਆ। ਹੁਣ ਸਤਿਗੁਰੂ ਜੀ ਹਰਗੋਬਿੰਦ ਮਹਾਰਾਜ ਜੀ ਵੀ ਉਹ ਵੀ ਕਹਿੰਦੇ ਕਰਤਾਰਪੁਰ ਦੀ ਧਰਤੀ ਤੇ ਹੀ ਹੈ, ਤੇ ਭਾਈ ਲਾਲ ਚੰਦ ਜੀ ਗੁਜਰੀ ਦੇ ਪਿਤਾ ਮਾਤਾ ਵਿਸ਼ਨ ਕੌਰ ਉਹ ਵੀ ਕਰਤਾਰਪੁਰ ਦੀ ਧਰਤੀ ਤੇ ਹੀ ਹੈ, ਬਿਰਾਜਮਾਨ ਹੈ ਇੱਕੇ ਨਗਰ ਦੇ ਵਿੱਚ ਅਸਥਾਨ ਤੇ, ਇੱਥੇ ਲਾਗੇ ਲਾਗੇ ਹੈ। ਕਹਿੰਦੇ ਉਸ ਵੇਲੇ ਕਹਿੰਦੇ ਇੱਕ ਬ੍ਰਾਹਮਣ ਬੁਲਾਇਆ ਭਾਈ ਲਾਲ ਚੰਦ ਨੇ। ਉਹਨੂੰ ਪੁੱਛਿਆ ਗਿਆ ਕਿ ਚੰਗਾ ਵਧੀਆ ਸਮਾਂ ਢੂੰਡਣਾ ਕਰੋ, ਲੱਭਣਾ ਕਰੋ, ਜੇ ਸਮੇਂ ਦੇ ਵਿੱਚ ਅਸੀਂ ਆਪਣੀ ਪੁੱਤਰੀ ਗੁਜਰੀ ਦਾ ਵਿਆਹ ਆਨੰਦ ਕਾਰਜ ਛਾਹੇ ਚਿੱਠੀ ਲਿਖ ਕੇ ਸਤਿਗੁਰ ਦੇ ਸਨਮੁਖ ਭੇਜੀਏ, ਤੇ ਸਤਿਗੁਰੂ ਜੀ ਸਾਡੀ ਪੁੱਤਰੀ ਨੂੰ ਆਪਣੇ ਪੁੱਤਰ ਤੇਗ ਬਹਾਦਰ ਦੇ ਨਾਲ ਵਿਆਹ ਆਨੰਦ ਕਾਰਜ ਕਰਨ ਵਾਸਤੇ ਰਾਜੀ ਹੋਣ, ਤੇ ਇਹ ਸ਼ੁਭ ਕਰਮ ਥੋੜੇ ਸਮੇਂ ਵਿੱਚ ਕਰੀਏ। ਕਹਿੰਦੇ ਇਦਾਂ ਦੀ ਵਿਚਾਰ ਕਰੋ। ਉਸ ਬ੍ਰਾਹਮਣ ਨੇ ਚੰਗਾ ਸਮਾਂ ਢੂੰਡ ਕੇ ਵਿਚਾਰ ਕੇ ਦੱਸਿਆ। ਕਹਿੰਦੇ ਜੀ ਤੁਸੀਂ ਇਉਂ ਕਰੋ, ਅੱਗੇ ਮਾਘ ਦਾ ਮਹੀਨਾ ਆਉਣ ਵਾਲਾ, ਮਾਘ ਦੇ ਮਹੀਨੇ ਅੱਤ ਦੀ ਸਰਦੀ ਹੈ, ਉਸ ਮਾਘ ਦੇ ਮਹੀਨੇ ਵਿੱਚ ਇਹ ਜਿਹੜਾ ਵਿਆਹ ਆਨੰਦ ਕਾਰਜ ਕੀਤਾ ਜਾਵੇ, ਉਹ ਸ਼ੁਭ ਕਾਰਜ ਹੈ, ਸ਼ੁਭ ਸਮਾਂ ਹੈ। ਤੇ ਵਿਚਾਰ ਕੀਤੀ ਗਈ। ਫਿਰ ਕਹਿੰਦੇ ਸਾਹੇ ਚਿੱਠੀ ਲਿਖੀ ਹੈ, ਜਿਸ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਨੂੰ ਸਭ ਤੋਂ ਪਹਿਲੇ ਤੇ ਬੇਨਤੀ ਰੂਪ ਕੁਝ ਅੱਖਰ ਲਿਖੇ ਨੇ, ਸ਼ਬਦ ਲਿਖੇ ਨੇ ਬੇਨਤੀ ਰੂਪ ਕੇ ਸਤਿਗੁਰੂ ਜੀ ਆ ਸਾਡੇ ਗਰੀਬਾਂ ਵੱਲੋਂ ਤਨ ਮਨ ਧਨ ਕਰਕੇ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਵਿਖੇ ਅਰਦਾਸ ਹੈ, ਬੇਨਤੀ ਹੈ, ਜੋਦੜੀ ਹੈ ਕਿ ਆਪ ਜੀ ਦੀ ਕਿਰਪਾ ਦੇ ਨਾਲ ਗੁਰੂ ਨਾਨਕ ਦੀ ਬਖਸ਼ਿਸ਼ ਕੀਤੀ ਹੋਈ ਸਾਡੀ ਇੱਕ ਪੁੱਤਰੀ ਹੈ, ਜਿਹਦਾ ਅਸੀਂ ਸ਼ਗਨ ਕਹਿੰਦੇ ਤੇਗ ਬਹਾਦਰ ਜੀ ਨੂੰ ਲਾ ਚੁੱਕੇ ਆ, ਸਮਾਂ ਹੋ ਗਿਆ, ਤੇ ਹੁਣ ਸਾਡੇ ਮਨ ਦੀ ਭਾਵਨਾ ਏ, ਸਾਡੇ ਮਨ ਦੀ ਵਿਚਾਰ ਹੈ ਕਿ ਤੇਗ ਬਹਾਦਰ ਦੇ ਨਾਲ ਗੁਜਰੀ ਦਾ ਵਿਆਹ ਆਨੰਦ ਕਾਰਜ ਕੀਤਾ ਜਾਵੇ। ਇਦਾਂ ਬੜੇ ਹੀ ਨਿਮਰਤਾ ਵਾਲੇ, ਬੜੇ ਹੀ ਪਿਆਰ ਭਾਵਨਾ ਸ਼ਰਧਾ ਵਾਲੇ ਬਚਨ ਉਸ ਚਿੱਠੀ, ਛਾਹੀ ਚਿੱਠੀ ਵਿੱਚ ਲਿਖੇ ਨੇ।
ਤੇ ਆਪਣੇ ਵੱਲੋਂ ਜਿਹੜੀ ਤਰੀਕ ਪੱਕੀ ਵਧੀਆ ਚੰਗੀ ਲੱਗੀ ਉਹ ਤਰੀਕ ਲਿਖ ਦਿੱਤੀ ਕਿ ਇਸ ਤਰੀਕ ਨੂੰ ਵਿਆਹ ਆਨੰਦ ਕਾਰਜ ਕੀਤੇ ਜਾਣ। ਇਹ ਚਿੱਠੀ ਉਸ ਬ੍ਰਾਹਮਣ ਦੇ ਹੱਥ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਦੇ ਸਨਮੁਖ ਭੇਜਣ ਦੀ ਵਿਚਾਰ ਕੀਤੀ। ਤੇ ਕਹਿੰਦੇ ਨਗਰ ਦੇ ਨਜ਼ਦੀਕ ਥੋੜੇ ਫਾਸਲੇ ਤੇ ਘਰ ਸੀ, ਉਸੇ ਨਗਰ ਦੇ ਵਿੱਚ ਕਰਤਾਰਪੁਰ ਦੀ ਧਰਤੀ ਤੇ ਉਹ ਬ੍ਰਾਹਮਣ ਬੜੇ ਪ੍ਰੇਮ ਦੇ ਨਾਲ, ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ ਚੱਲ ਕੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰੂ ਜੀ ਦੇ ਸਨਮੁਖ ਪਹੁੰਚਣਾ ਕੀਤਾ। ਤੇ ਜਦੋਂ ਪਹੁੰਚਿਆ ਜਾ ਕੇ ਸਭ ਤੋਂ ਪਹਿਲੇ ਤੇ ਨਮਸਕਾਰ ਕੀਤੀ ਉਹ ਬ੍ਰਾਹਮਣ ਨੇ। ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਸਨਮੁਖੋਂ ਚਿੱਠੀ ਪੱਤਰਕਾ ਦਿੱਤੀ ਹੈ। ਤੇ ਜਦੋਂ ਉਹ ਚਿੱਠੀ ਪੱਤਰਕਾ ਖੋਲ ਕੇ ਪੜ੍ਹੀ ਹੈ ਨਾ ਸੇਵਾਦਾਰ ਨੇ, ਗੁਰੂ ਦੇ ਸਿੱਖ ਨੇ, ਅਰਨ ਪਿਆਰੇ ਸੇਵਕ ਨੇ, ਉਸ ਦੇ ਵਿੱਚ ਸਾਰੀ ਬੇਨਤੀ ਵਿਨੈ ਪੱਤਰ ਲਿਖਿਆ ਸ਼ਾਹੀ ਚਿੱਠੀ ਦੇ ਵਿੱਚ, ਜੋ ਜੋ ਵਿਚਾਰ ਕੀਤੀ ਤੇ ਜੋ ਸਤਿਗੁਰੂ ਜੀ ਨੇ ਸੁਣੇ ਆ ਬੜੇ ਖੁਸ਼ ਹੋਏ। ਕਹਿੰਦੇ ਵਾਕਈ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਇਹ ਖੁਸ਼ੀਆਂ ਦਾ ਸਮਾਂ ਪ੍ਰਾਪਤ ਹੋਇਆ। ਜਿਵੇਂ ਭਾਈ ਲਾਲ ਚੰਦ ਜੀ ਕਹਿੰਦੇ ਨੇ ਉਸੇ ਮੁਤਾਬਕ ਕਹਿੰਦੇ ਵਿਆਹ ਆਨੰਦ ਕਾਰਜ ਕੀਤੇ ਜਾਣਗੇ। ਅਸੀਂ ਆਪਣੇ ਸੇਵਕ ਦੀ, ਆਪਣੇ ਪਿਆਰੇ ਦੀ ਭਾਵਨਾ ਜ਼ਰੂਰ ਪੂਰੀ ਕਰਾਂਗੇ। ਉਸ ਵੇਲੇ ਬ੍ਰਾਹਮਣ ਦੀ ਆਓ ਭਗਤ ਕੀਤੀ, ਉਹਨੂੰ ਜਲ ਪਾਣੀ ਪ੍ਰਸ਼ਾਦਾ ਪਾਣੀ ਛਕਾਇਆ, ਬੜਾ ਅਦਬ ਸਤਿਕਾਰ ਕੀਤਾ, ਬੜੇ ਧਨ ਦੌਲਤ ਦੀ ਬਖਸ਼ਿਸ਼ ਕੀਤੀ ਸਤਿਗੁਰੂ ਜੀ ਨੇ। ਉਸ ਵੇਲੇ ਉਹ ਬ੍ਰਾਹਮਣ ਸਤਿਗੁਰ ਦੇ ਸਨਮੁਖੋਂ ਐਡਾ ਵੱਡਾ ਅਦਬ ਸਤਿਕਾਰ ਪ੍ਰਾਪਤ ਕਰਕੇ, ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਪ੍ਰਾਪਤ ਕਰਕੇ ਬੜਾ ਪ੍ਰਸੰਨ ਹੋਇਆ। ਤੇ ਕਹਿੰਦੇ 2-3 ਦਿਨ ਤੱਕ ਬ੍ਰਾਹਮਣ ਨੂੰ ਆਪਣੇ ਕੋਲੇ ਰੱਖ ਕੇ ਸਿੱਖਾਂ ਨੂੰ ਕਹਿ ਕੇ ਉਹਦੀ ਆਓ ਭਗਤ ਕੀਤੀ, ਸੇਵਾ ਕੀਤੀ। ਪੂਰਨ ਤੌਰ ਤੇ ਇਹ ਕਹਿ ਲੋ ਕਿ ਭਾਈ ਲਾਲ ਚੰਦ ਜੀ ਵੱਲੋਂ ਜੋ ਮੈਸੇਜ, ਜੋ ਸੁਨੇਹਾ, ਜੋ ਪੱਤਰਕਾ ਦੇ ਵਿੱਚ ਲਿਖਿਆ, ਸਾਹਿਤ ਚਿੱਠੀ ਵਿੱਚ ਲਿਖਿਆ, ਜੋ ਵਿਚਾਰ ਉਹਨੂੰ ਸਤਿਗੁਰੂ ਜੀ ਨੇ ਪੂਰਨ ਤੌਰ ਤੇ ਸਵੀਕਾਰ ਕੀਤਾ, ਮੰਨਣਾ ਕੀਤਾ ਏ ਬੜੇ ਪ੍ਰੇਮ ਦੇ ਨਾਲ। ਉਸ ਵੇਲੇ ਸਤਿਗੁਰੂ ਜੀ ਨੇ ਕਹਿ ਕੇ ਬ੍ਰਾਹਮਣ ਨੂੰ ਤੋਰ ਦਿੱਤਾ, ਜਾਓ ਜਾ ਕੇ ਲਾਲ ਚੰਦ ਜੀ ਨੂੰ ਕਹਿ ਦਿਓ ਕਿ ਜਿਹੜੀ ਤੁਹਾਡੀ ਇਸ ਮਾਘ ਮਹੀਨੇ ਦੇ ਅੱਧ ਦੀ ਸਰਦੀ ਵਿੱਚ ਤੁਸੀਂ ਜਿਹੜੀ ਤਰੀਕ ਪੱਕੀ ਕੀਤੀ ਉਹਦੇ ਮੁਤਾਬਕ ਵਿਆਹ ਆਨੰਦ ਕਾਰਜ ਹੋਣਗੇ। ਜਾਓ ਜਾ ਕੇ ਕਹਿ ਦਿਓ ਤਿਆਰੀਆਂ ਕੀਤੀਆਂ ਜਾਣ, ਬਰਾਤ ਦੀ ਆਓ ਭਗਤ ਵਾਸਤੇ ਅਨੇਕ ਪ੍ਰਕਾਰ ਦੇ ਪਕਵਾਨ ਤਿਆਰ ਕੀਤੇ ਜਾਣ। ਜਾ ਕੇ ਕਹਿ ਦਿਓ ਭਾਈ ਲਾਲ ਚੰਦ ਜੀ ਨੂੰ। ਹੁਣ ਉਹ ਸਤਿਗੁਰੂ ਜੀ ਵੱਲੋਂ ਭਾਈ ਲਾਲ ਚੰਦ ਵੱਲ ਕਹਿੰਦੇ ਇਦਾਂ ਸੁਨੇਹਾ ਗਿਆ ਉਹ ਬ੍ਰਾਹਮਣ ਦੇ ਹੱਥ। ਤੇ ਜਦੋਂ ਇਧਰੋਂ ਆ ਕੇ ਬ੍ਰਾਹਮਣ ਨੇ ਲਾਲ ਚੰਦ ਜੀ ਨੂੰ ਦੱਸਿਆ ਤਾਂ ਉਹ ਵੀ ਬਹੁਤ ਖੁਸ਼ ਹੋਏ। ਕਹਿੰਦੇ ਉਸੇ ਦਿਨ ਤੋਂ ਮਠਿਆਈਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ, ਪਕਵਾਨ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਨੇ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤਣੀ ਸ਼ੁਰੂ ਹੋ ਗਈ ਹੈ। ਤੇ ਭਾਈ ਲਾਲ ਚੰਦ ਨੇ ਕਿਸੇ ਪ੍ਰਕਾਰ ਕੋਈ ਕਸਰ ਨਹੀਂ ਛੱਡੀ। ਹੁਣ ਖੁਸ਼ੀ ਖੁਸ਼ੀ ਦੇ ਵਿੱਚ ਜੋ ਕਾਰਜ ਕਰਦਾ, ਜੋ ਵੀ ਰਸਮਾਂ ਰੀਤਾਂ ਰਿਵਾਜਾਂ ਅਨੁਸਾਰ ਨਿਵਰਦਾ ਬਤੀਤ ਹੁੰਦਾ, ਸਾਰਾ ਕੁਝ ਕਰਨ ਦਾ ਯਤਨ ਕਰਦਾ। ਇਹ ਵਿਚਾਰ ਮਨ ਵਿੱਚ ਰੱਖਦਾ ਕੋਈ ਕਿਸੇ ਪ੍ਰਕਾਰ ਕਿਤੋਂ ਤਰੁੱਟੀ ਨਾ ਰਹਿ ਜੇ, ਕੋਈ ਗਲਤੀ ਨਾ ਹੋ ਜੇ, ਇਹ ਮਨ ਵਿੱਚ ਵਿਚਾਰਦਾ। ਇੱਕ ਪਾਸੇ ਤੇ ਸਤਿਗੁਰੂ ਜਿਹਦੇ ਨਾਲ ਰਿਸ਼ਤੇਦਾਰੀ ਨਾਤੇਦਾਰੀ ਜੁੜਨ ਲੱਗੀ ਹੈ, ਇੱਕ ਪਾਸੇ ਸਤਿਗੁਰੂ ਜੀ ਫਾਨੀ ਸੰਸਾਰ ਦੇ ਵਿੱਚ ਸਾਰੀ ਕਾਇਨਾਤ ਕਹਿੰਦੇ ਇਸ ਸੰਸਾਰ ਦੇ ਵਿੱਚ ਸਤਿਗੁਰੂ ਜੀ ਜੋ ਕਿ ਬਖਸ਼ਿਸ਼ਾਂ ਰਹਿਮਤਾਂ ਦੇ ਮਾਲਕ ਨੇ,
ਜਿਹੜੇ ਆਪਣੇ ਪਿਆਰਿਆਂ ਤੇ ਕਿਰਪਾ ਰਹਿਮਤ ਵਰਤਾਉਣ ਵਾਲੇ ਨੇ ਉਹ ਸਤਿਗੁਰੂ ਦੀ ਆਉਣਗੇ। ਇਦਾਂ ਦੀ ਵਿਚਾਰ ਰੱਖ ਕੇ ਭਾਈ ਲਾਲ ਚੰਦ ਨੇ ਬੜੇ ਭਾਵਨਾ ਦੇ ਨਾਲ ਡਰਦੇ ਨੇ, ਪੂਰਨ ਤੌਰ ਤੇ ਖਿਆਲ ਰੱਖਦੇ ਨੇ, ਸਾਰੇ ਇੰਤਜ਼ਾਮ ਕੀਤੇ, ਪ੍ਰਬੰਧ ਕੀਤੇ ਨੇ। ਕਹਿੰਦਾ ਕਿਸੇ ਪ੍ਰਕਾਰ ਕੋਈ ਕੁਝ ਰਹਿ ਨਾ ਜਾਵੇ। ਉਹਨੇ ਆਪਣੇ ਰਿਸ਼ਤੇਦਾਰ ਬੁਲਾਏ, ਸਾਕ ਸੰਬੰਧੀ ਬੁਲਾਏ, ਸੱਦਾ ਪੱਤਰ ਭੇਜ ਦਿੱਤਾ। ਸਾਰੇ ਇਕੱਠੇ ਹੋਣ ਲੱਗ ਪਏ ਨੇ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤਣ ਲੱਗੀ ਹੈ। ਉਸ ਵੇਲੇ ਕਹਿੰਦੇ ਸਤਿਗੁਰੂ ਜੀ ਦੇ ਵੱਲ ਜ਼ਿਆਦਾ ਖਿਆਲ ਹੈ ਕਿ ਸਤਿਗੁਰੂ ਜੀ ਆਉਣਗੇ, ਕਿਸੇ ਪ੍ਰਕਾਰ ਕੋਈ ਕਮੀ ਪੇਸ਼ੀ ਨਾ ਰਹਿ ਜੇ। ਸਾਰਾ ਦੇਖ ਰੇਖ ਕਰ ਰਿਹਾ ਆਪਣੇ ਸਾਕ ਸੰਬੰਧੀ ਰਿਸ਼ਤੇਦਾਰਾਂ ਦੇ ਨਾਲ ਮਿਲ ਕੇ, ਪੂਰਨ ਤੌਰ ਤੇ ਇਹ ਤਿਆਰੀਆਂ ਕਰ ਰਿਹਾ। ਇਧਰੋਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਦੇ ਗ੍ਰਹਿ ਵਿਖੇ ਉੱਥੇ ਵੀ ਕਹਿੰਦੇ ਤਿਆਰੀਆਂ ਹੋਣ ਲੱਗ ਪਈਆਂ ਨੇ। ਵੱਡੇ ਪੱਧਰ ਤੇ ਮਠਿਆਈਆਂ ਤਿਆਰ ਹੋਣ ਲੱਗ ਪਈਆਂ ਤੇ ਜਿਹੜੇ ਮੈਸੇਜ ਸੀ, ਸੁਨੇਹੇ ਸੀ, ਕਹਿੰਦੇ ਉਹ ਸਤਿਗੁਰੂ ਜੀ ਨੇ ਆਪਣੇ ਸੇਵਕਾਂ ਦੇ ਸਨਮੁਖ ਭੇਜਣੇ ਸ਼ੁਰੂ ਕਰ ਦਿੱਤੇ ਨੇ। ਕੋਈ ਕਿਵੇਂ ਕਰਕੇ ਮਸੰਦ ਜਾ ਕੇ ਸੁਨੇਹੇ ਲਾਉਂਦਾ ਨਗਰਾਂ ਦੇ ਵਿੱਚ। ਕਈ ਦਫਾ ਕਈ ਸੰਗਤਾਂ ਨੂੰ ਇੱਕ ਦੂਜੇ ਤੋਂ ਪਤਾ ਲੱਗੀ ਜਾਂਦਾ ਕਿ ਤੇਗ ਬਹਾਦਰ ਜੀ ਦਾ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਇਹ ਕਾਰਜ ਰੱਖੇ ਗਏ ਨੇ। ਉਦੋਂ ਜਿਵੇਂ ਜਿਵੇਂ ਜਿਹਨੂੰ ਪਤਾ ਲੱਗਦਾ ਗੁਰੂ ਪਿਆਰਿਓ, ਉਸੇ ਤਰ੍ਹਾਂ ਉਸੇ ਮੁਤਾਬਕ ਉਹ ਖੁਸ਼ੀਆਂ ਦਾ ਮਾਹੌਲ ਬਣਦਾ ਜਾਂਦਾ। ਹੁਣ ਜਿਹੜੀ ਸੰਗਤ ਸਤਿਗੁਰ ਦੇ ਸਨਮੁਖ ਆਉਂਦੀ ਦਰਸ਼ਨ ਕਰਨ ਵਾਸਤੇ, ਉਹ ਵਾਪਸ ਨਹੀਂ ਜਾਂਦੀ, ਉੱਥੇ ਹੀ ਰਹਿ ਪੈਂਦੀ। ਕਿਉਂਕਿ ਸਤਿਗੁਰੂ ਗੁਰੂ ਤੇਗ ਬਹਾਦਰ ਜੀ ਦੇ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਇਹ ਕਾਰਜ ਕੀਤੇ ਗਏ ਨੇ, ਇਹ ਵਿਚਾਰ ਕੀਤੀ ਗਈ ਹੈ। ਉਸ ਵੇਲੇ ਇਦਾਂ ਕਰਕੇ ਉਹ ਸਾਰੀ ਵਿਚਾਰ ਬਣਨਾ ਕੀਤੀ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਹੋਈ ਹੈ। ਰਿਸ਼ਤੇਦਾਰੀਆਂ ਸਾਕ ਸੰਬੰਧੀ ਸਾਰੇ ਆਉਣੇ ਸ਼ੁਰੂ ਹੋ ਗਏ ਨੇ। ਇਧਰੋਂ ਭਾਈ ਜੋਧ ਰਾਏ ਜੀ ਉਹਨੂੰ ਪੱਤਰਕਾ ਭੇਜੀ, ਚਿੱਠੀ ਭੇਜੀ, ਸੁਨੇਹਾ ਭੇਜਿਆ। ਉਹ ਵੀ ਕਹਿੰਦੇ ਆਪਣੇ ਸਾਰੇ ਪਰਿਵਾਰ ਸਮੇਤ ਇਧਰ ਕਰਤਾਰਪੁਰ ਦੀ ਧਰਤੀ ਤੇ ਪਧਾਰੇ ਨੇ, ਪਹੁੰਚੇ ਨੇ। ਉਸ ਤੋਂ ਉਪਰੰਤ ਕਹਿੰਦੇ ਭਾਈ ਸਾਧੂ ਜੀ, ਰੂਪ ਚੰਦ ਜੀ, ਭਾਈ ਰੂਪੇ ਨਗਰ ਤੋਂ ਕਹਿੰਦੇ ਉਹ ਵੀ ਚੱਲ ਕੇ ਆਏ ਨੇ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਦੀ। ਇਧਰੋਂ ਸਤਿਗੁਰ ਦੇ ਅਨੰਨ ਪਿਆਰੇ ਜਿੰਨੇ ਵੀ ਸਿੱਖ ਸੇਵਕ ਹੈ, ਸ਼ਰਧਾਲੂ ਹੈ, ਉਹ ਸਾਰੇ ਚੱਲ ਕੇ ਆਪੋ ਆਪਣੇ ਸਮੇਂ ਅਨੁਸਾਰ ਕਹਿੰਦੇ ਸਤਿਗੁਰ ਦੇ ਸਨਮੁਖ ਪਹੁੰਚਣ ਲੱਗੇ ਨੇ ਕਰਤਾਰਪੁਰ ਦੀ ਧਰਤੀ ਤੇ। ਹੁਣ ਇਧਰੋਂ ਭਾਈ ਸਾਧੂ ਜੀ, ਉਹਨਾਂ ਦੀ ਪਤਨੀ ਸਤਿਗੁਰ ਦੀ ਪੁੱਤਰੀ ਬੀਬੀ ਬੀਰੋ ਜੀ, ਉਹ ਵੀ ਵੱਡੇ ਰਥ ਤੇ ਸਵਾਰ ਹੋ ਕੇ ਸਤਿਗੁਰ ਦੇ ਸਨਮੁਖ ਪਹੁੰਚੇ ਆ। ਸਤਿਗੁਰ ਦੇ ਤੇਗ ਬਹਾਦਰ ਨੌਵੇਂ ਪਾਤਸ਼ਾਹ ਉਹਨਾਂ ਦੇ ਜਿਹੜੇ ਨਾਨਕੇ ਆ, ਉਹ ਵੀ ਪਹੁੰਚਣਾ ਕੀਤੇ ਸਾਰੇ। ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਵਰਤੀ। ਇਹ ਕਹਿ ਲੋ ਕਿ ਹੁਣ ਦਿਨੋਂ ਦਿਨ ਇਕੱਠ ਵੱਜਣਾ ਕਹਿੰਦੇ ਕਰਤਾਰਪੁਰ ਦੀ ਧਰਤੀ ਤੇ ਸ਼ੁਰੂ ਹੋ ਗਿਆ। ਰੌਣਕਾਂ ਲੱਗਣ ਲੱਗ ਪਈਆਂ, ਖੁਸ਼ੀਆਂ ਦੀਆਂ ਸ਼ਹਿਨਾਈਆਂ ਵੱਜਣੀਆਂ ਸ਼ੁਰੂ ਹੋ ਗਈਆਂ। ਉਸ ਵੇਲੇ ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਨੇ। ਸਤਿਗੁਰੂ ਜੀ ਵੱਡੇ ਪੱਧਰ ਤੇ ਦੀਵਾਨ ਲਗਾ ਕੇ ਸਜਾ ਕੇ ਬਹਿੰਦੇ ਨੇ। ਸੰਗਤਾਂ ਨਾਲੇ ਹੱਥੋਂ ਹੱਥੀਂ ਸੇਵਾਵਾਂ ਕਰ ਰਹੀਆਂ ਨੇ, ਨਾਲੇ ਸਤਿਗੁਰ ਦੇ ਪਾਵਨ ਪਵਿੱਤਰ ਅਮੋਲਕ ਵਿਚਾਰ ਸਰਵਣ ਕਰ ਰਹੀਆਂ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤਦੀ। ਇਦਾਂ ਕਰਕੇ ਕਰਤਾਰਪੁਰ ਦੀ ਧਰਤੀ ਤੇ ਆਨੰਦ ਛਾ ਗਏ, ਬਖਸ਼ਿਸ਼ ਰਹਿਮਤ ਵਰਤਣ ਲੱਗੀ ਹੈ। ਉਸ ਵੇਲੇ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਵੱਡੇ ਪੱਧਰ ਤੇ ਸੰਗਤਾਂ ਆਈਆਂ, ਰਿਸ਼ਤੇਦਾਰ ਆਏ ਨੇ। ਬਹੁਤ ਵੱਡੇ ਰੂਪ ਦੇ ਵਿੱਚ ਇੱਕ ਬਹੁਤ ਵੱਡਾ ਇਕੱਠ ਵੱਜ ਗਿਆ ਕਰਤਾਰਪੁਰ ਦੀ ਧਰਤੀ ਤੇ। ਰੋਜ਼ਾਨਾ 6 ਪ੍ਰਕਾਰ ਦੇ ਪਕਵਾਨ ਤਿਆਰ ਕੀਤੇ ਜਾਂਦੇ ਨੇ। ਲੂਣੇ, ਮਿੱਠੇ, ਖੱਟੇ,
ਰਸਦਾਇਕ, ਜਿਹਦੇ ਵਿੱਚ ਕਈ ਦਫਾ ਕਈ ਤਲੇ ਹੋਏ ਬੇਅੰਤ ਸਵਾਦੀ ਰਸਦਾਇਕ ਪਦਾਰਥ ਬਣ ਰਹੇ ਨੇ। ਤੇ ਜਿਹੜੇ ਗਰੀਬ ਗੁਰਬੇ ਲੋਕ ਨੇ ਉਹ ਸਤਿਗੁਰ ਦੇ ਸਨਮੁਖ ਆ ਕੇ ਜਲ ਪਾਣੀ ਪ੍ਰਸ਼ਾਦਾ ਪਾਣੀ ਛਕ ਕੇ ਪੇਟ ਦੀ ਪੂਰਤੀ ਕਰਕੇ ਭੁੱਖ ਤੋਂ ਨਿਜਾਤ ਪ੍ਰਾਪਤ ਕਰ ਰਹੇ ਨੇ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤਣ ਲੱਗੀ ਹੈ। ਉਸ ਵੇਲੇ ਮਸੰਦਾਂ ਨੂੰ ਕਹਿ ਕੇ ਸਤਿਗੁਰ ਦੇ ਸੇਵਕਾਂ ਨੂੰ ਕਹਿ ਕੇ ਇਹ ਕਾਰਜ ਦੇ ਵਿੱਚ ਕਿਸੇ ਪ੍ਰਕਾਰ ਵੀ ਕੋਈ ਅਧੂਰੀ ਨਹੀਂ ਛੱਡਣਾ ਚਾਹੁੰਦੇ, ਕਿਉਂਕਿ ਉਧਰੋਂ ਭਾਈ ਲਾਲ ਚੰਦ ਦੇ ਗ੍ਰਹਿ ਵਿਖੇ ਉਹਨਾਂ ਦੀ ਪੁੱਤਰੀ ਸ਼੍ਰੀ ਸਤਿਕਾਰਯੋਗ ਗੁਜਰੀ ਜੀ, ਜਿਨ੍ਹਾਂ ਦਾ ਪਹਿਲਾ ਵਿਆਹ ਆਨੰਦ ਕਾਰਜ ਹੈ, ਉਹਨਾਂ ਦੇ ਗ੍ਰਹਿ ਵਿਖੇ ਪਹਿਲਾ ਆਨੰਦ ਕਾਰਜ ਹੈ, ਪਹਿਲਾ ਵਿਆਹ। ਉਹ ਪਹਿਲਾ ਵਿਆਹ ਹੋਣ ਕਰਕੇ ਆਪਣੀ ਪੁੱਤਰੀ ਲਾਲ ਚੰਦ ਜੀ ਆਪਣੀ ਪੁੱਤਰੀ ਨੂੰ ਬੜੇ ਖੁਸ਼ੀਆਂ ਦੇ ਨਾਲ ਸ਼ਗਨਾਂ ਦੇ ਨਾਲ ਵਿਆਹਣਾ ਚਾਹੁੰਦੇ ਨੇ ਕਿ ਸਤਿਗੁਰ ਦੇ ਸਨਮੁਖ ਇਹ ਰਿਸ਼ਤਾ ਜੁੜਨਾ ਕੀਤਾ। ਇਧਰੋਂ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਛੇਵੇਂ ਪਾਤਸ਼ਾਹ ਸਤਿਗੁਰ ਦੇ ਸਨਮੁਖ ਇੱਕ ਸ਼੍ਰੀ ਤੇਗ ਬਹਾਦਰ ਜੀ ਦਾ ਲਾਸਟ ਵਿਆਹ ਏ ਇਹਨਾਂ ਦੇ ਪਰਿਵਾਰ ਚੋਂ। ਉਹ ਇਸ ਕਰਕੇ ਖੁਸ਼ੀਆਂ ਦੇ ਨਾਲ ਬੜੇ ਚਾਅ ਦੇ ਨਾਲ ਬੜੇ ਪ੍ਰਬੰਧ ਦੇ ਵਿੱਚ ਉਹਨਾਂ ਦਾ ਵਿਆਹ ਆਨੰਦ ਕਾਰਜ ਕਰਨਾ ਚਾਹੁੰਦੇ। ਕਿਸੇ ਪ੍ਰਕਾਰ ਕੋਈ ਵੀ ਕਹਿੰਦੇ ਇਹ ਹਿਰਦੇ ਵਿੱਚ ਕਮੀ ਨਹੀਂ ਛੱਡਣਾ ਚਾਹੁੰਦੇ। ਤੇ ਸਤਿਗੁਰ ਦੇ ਸਿੱਖਾਂ ਦੇ ਵਿੱਚ ਵੀ ਚਾਅ ਬਹੁਤ ਹੈ, ਬੜੀ ਭਾਵਨਾ ਹੈ। ਤੇ ਕਹਿੰਦੇ ਸਮਾਂ ਬਤੀਤ ਹੁੰਦਾ ਗਿਆ, ਆਖਰਕਾਰ ਉਹ ਦਿਨ ਆ ਗਿਆ ਜਿਸ ਦਿਨ ਸਤਿਗੁਰੂ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਸਤਿਗੁਰੂ ਜੀ ਦੇ ਵਿਆਹ ਆਨੰਦ ਕਾਰਜ ਹੋਣੇ ਆ। ਹੁਣ ਕਹਿੰਦੇ ਵੱਡੇ ਪੱਧਰ ਤੇ ਜਿੰਨੇ ਵੀ ਸਤਿਗੁਰ ਦੇ ਸਿੱਖ ਸ਼ਰਧਾਲੂ ਰਿਸ਼ਤੇਦਾਰ ਸਾਕ ਸੰਬੰਧੀ ਜਿੰਨੇ ਵੀ ਪਿਆਰੇ ਆਏ ਨੇ ਉਹ ਸਾਰੇ ਕਹਿੰਦੇ ਬਰਾਤ ਦੇ ਰੂਪ ਦੇ ਵਿੱਚ ਸੱਜ ਗਏ ਨੇ। ਬਹੁਤ ਵੱਡੀ ਬਰਾਤ ਬਣ ਗਈ। ਉਸ ਵੇਲੇ ਕੋਈ ਸਾਧਨ ਵੀ ਨਹੀਂ ਮੰਗਾਇਆ, ਕੋਈ ਰੱਥ ਵੀ ਨਹੀਂ, ਕੋਈ ਘੋੜੇ, ਕਿਸੇ ਪ੍ਰਕਾਰ ਕੁਝ ਨਹੀਂ ਮੰਗਵਾਇਆ। ਕਿਉਂ? ਕਿਉਂਕਿ ਨਜ਼ਦੀਕ ਕਰਤਾਰਪੁਰ ਦੀ ਧਰਤੀ ਤੇ ਭਾਈ ਲਾਲ ਚੰਦ ਜੀ ਦਾ ਘਰ ਹੈ, ਉੱਥੇ ਨਜ਼ਦੀਕ ਵਿਆਹ ਆਨੰਦ ਕਾਰਜ ਹੋਣੇ ਆ। ਇਸ ਕਰਕੇ ਕੋਈ ਇਦਾਂ ਦਾ ਪ੍ਰਬੰਧ ਨਹੀਂ ਕੀਤਾ। ਜਿੰਨੀ ਵੀ ਸੰਗਤ ਜਿੰਨੀ ਵੀ ਬਰਾਤ ਜਾਣੀ ਉਹ ਪੈਦਲ ਚੱਲ ਕੇ ਜਾਣੀ ਹੈ। ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤੀ ਸਾਰੇ ਬਰਾਤੀ ਸੱਜਣ ਤਿਆਰ ਹੋਏ ਨੇ। ਇਧਰੋਂ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਕੀਤੇ ਹੋਏ ਨੇ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਨੇ ਉੱਥੇ ਜਾ ਕੇ ਨਮਸਕਾਰ ਕੀਤੀ। ਵੱਡੇ ਪੱਧਰ ਤੇ ਦੇਗ ਕੜਾ ਪ੍ਰਸ਼ਾਦੀ ਤਿਆਰ ਕੀਤੀ ਹੈ। ਸ਼ੁਕਰਾਨਾ ਕੀਤਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਿ ਸਤਿਗੁਰੂ ਜੀ ਆਪ ਜੀ ਨੇ ਖੁਸ਼ੀਆਂ ਦੇ ਖੇੜੇ ਬਖਸ਼ੇ ਨੇ। ਆਪ ਜੀ ਦਾ ਕੋਟ ਧੰਨਵਾਦ ਹੈ। ਸਭ ਤੋਂ ਪਹਿਲੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸ਼ੁਕਰਾਨਾ ਕੀਤਾ, ਪੰਜਾਂ ਗੁਰੂ ਸਾਹਿਬਾਂ ਤੱਕ ਅਰਦਾਸ ਬੇਨਤੀ ਕਰਕੇ। ਅਸਲ ਦੇ ਵਿੱਚ ਸਤਿਗੁਰੂ ਜੀ ਨੇ ਇਦਾਂ ਦੇ ਪੂਰਨੇ ਤਾਂ ਪਾਏ ਕਿ ਸਾਡੇ ਸਿੱਖ ਵੀ ਇਹਨਾਂ ਪੂਰਨਿਆਂ ਤੇ ਚੱਲਣ। ਸੰਸਾਰ ਦੇ ਵਿੱਚ ਕੋਈ ਵੀ ਖੁਸ਼ੀ ਪ੍ਰਾਪਤ ਹੋਵੇ, ਕੋਈ ਵੀ ਗਮੀ ਪ੍ਰਾਪਤ ਹੋਵੇ, ਸਤਿਗੁਰੂ ਜੀ ਦੇ ਨਾਲ ਸਾਂਝੀ ਕਰਨੀ ਚਾਹੀਦੀ ਹੈ। ਇਹ ਉਪਦੇਸ਼ ਦਿੱਤਾ, ਇਹ ਪੂਰਨੇ ਪਾਏ ਨੇ, ਇਹ ਸਤਿਗੁਰੂ ਜੀ ਨੇ ਸਾਨੂੰ ਸੇਧ ਦਿੱਤੀ ਹੈ। ਉਸ ਵੇਲੇ ਸਤਿਗੁਰੂ ਜੀ ਕਹਿੰਦੇ ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ, ਸਤਿਗੁਰੂ ਜੀ ਦੇ ਨਾਲ ਜ਼ਰੂਰ ਸਾਂਝਾ ਕਰਨਾ ਚਾਹੀਦਾ। ਹੁਣ ਇੱਥੇ ਵਿਚਾਰ ਕਰਨ ਜੋ ਗੱਲ ਹੈ ਪਿਆਰਿਓ, ਸਾਡੇ ਤੇ ਦੁੱਖ ਭਾਵੇਂ ਜਿੱਦਾਂ ਦਾ ਮਰਜ਼ੀ ਹੋਵੇ ਉਹ ਤੇ ਸਤਿਗੁਰ ਦੇ ਨਾਲ ਸ਼ੇਅਰ ਜ਼ਰੂਰ ਕਰਨੇ ਆ। ਜ਼ਰੂਰ ਸਤਿਗੁਰੂ ਜੀ ਦੇ ਸਨਮੁਖ ਆ ਕੇ ਦੁੱਖ ਸਤਿਗੁਰੂ ਜੀ ਨੂੰ ਸੁਣਾਉਣੇ, ਪਰ ਜਦੋਂ ਸੁੱਖ ਹੋਵੇ, ਖੁਸ਼ੀ ਦਾ ਸਮਾਂ ਹੋਵੇ, ਖਿਮਾ ਕਰਨੀ ਗੁਰੂ ਪਿਆਰਿਓ। ਅੱਜ ਜੋਕੇ ਸਮੇਂ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਤਕਰੀਬਨ 10% ਲੋਕ ਇਦਾਂ ਦੀ ਰਹਿ ਗਏ ਨੇ ਜਿਹੜੇ ਸਤਿਗੁਰ ਦੇ ਨਾਲ ਖੁਸ਼ੀ ਜ਼ਾਹਰ ਕਰਦੇ ਨੇ, ਸ਼ੇਅਰ ਕਰਦੇ ਨੇ। ਬਾਕੀ ਬਹੁਤੇ ਲੋਕ ਇਦਾਂ ਦੀ ਹੈ
ਜਿਹੜੇ ਕਿ ਖੁਸ਼ੀ ਪ੍ਰਾਪਤ ਹੋਈ, ਚੰਗਾ ਸਮਾਂ ਪ੍ਰਾਪਤ ਹੋਇਆ ਤੇ ਸਤਿਗੁਰੂ ਜੀ ਨੂੰ ਭੁੱਲ ਗਏ ਨੇ। ਗੁਰਬਾਣੀ ਕਹਿੰਦੀ ਦਾਤ ਪਿਆਰੀ ਵਿਸਰਿਆ, ਦਾਤਾਰਾ ਜਾਣੈ ਨਾਹੀ ਮਰਨ ਵਿਚਾਰਾ। ਕਹਿੰਦੇ ਸਤਿਗੁਰੂ ਜੀ ਤੋਂ ਨੱਕ ਰਗੜ ਕੇ, ਮਿੰਨਤਾਂ ਕਰਕੇ, ਅਰਦਾਸਾਂ ਬੇਨਤੀਆਂ ਕਰਕੇ ਖੁਸ਼ੀ ਦਾ ਸਮਾਂ ਪ੍ਰਾਪਤ ਕੀਤਾ। ਬਾਅਦ ਵਿੱਚ ਜਦੋਂ ਖੁਸ਼ੀ ਪ੍ਰਾਪਤ ਹੋਈ, ਦਾਤ ਪ੍ਰਾਪਤ ਹੋ ਗਈ, ਦਾਤ ਦੇਣ ਵਾਲਾ ਸਤਿਗੁਰੂ ਜੀ ਭੁੱਲ ਹੀ ਗਿਆ, ਵਿਸਰ ਗਿਆ। ਦਾਤ ਪਿਆਰੀ, ਕਹਿੰਦੇ ਦਾਤ ਨੂੰ ਪਿਆਰੀ ਕਰਕੇ ਮੰਨ ਲਿਆ, ਸਤਿਗੁਰੂ ਜੀ ਨੂੰ ਭੁਲਾ ਦਿੱਤਾ। ਦਾਤ ਪਿਆਰੀ ਵਿਸਰਿਆ, ਦਾਤਾਰਾ ਜਾਣੈ ਨਹੀਂ ਮਰਨ ਵਿਚਾਰਾ। ਕਹਿੰਦੇ ਮਨੁੱਖ ਨੂੰ ਪਤਾ ਹੀ ਨਹੀਂ, ਜਿਸ ਸਤਿਗੁਰੂ ਨੇ ਦਾਤ ਦਿੱਤੀ ਉਹਨੂੰ ਭੁੱਲ ਗਿਆ, ਵਿਸਰ ਗਿਆ। ਪਰ ਇਹਨੂੰ ਇਹ ਨਹੀਂ ਪਤਾ ਕਿ ਜਿਹੜੀ ਦਾਤ ਦਿੱਤੀ ਹੈ ਫਿਰ ਇੱਕ ਦਿਨ ਖੋਈ ਵੀ ਜਾਣੀ, ਖੁੱਸ ਵੀ ਜਾਣੀ ਹੈ। ਜਿਵੇਂ ਕਹਿੰਦੇ 5 ਸਾਲਾਂ ਬਾਅਦ ਸਰਕਾਰ ਬਦਲਦੀ ਹੈ, ਤੇ ਜੇਕਰ ਸਰਕਾਰ ਚੰਗੀ ਵਧੀਆ ਪੋਜੀਸ਼ਨ ਤੇ ਪ੍ਰਾਪਤ ਹੋ ਕੇ ਜਿੱਤ ਪ੍ਰਾਪਤ ਕਰੇ ਤੇ ਠੀਕ ਆ, ਕਹਿੰਦੇ ਲੋਕਾਂ ਦਾ ਵਿਸ਼ਵਾਸ ਹੁੰਦਾ, ਪ੍ਰਾਪਤ ਹੋ ਗਿਆ। ਜੇਕਰ ਚੰਗੇ ਕਰਮ ਕਰੇ ਤੇ ਠੀਕ ਹੈ, ਜੇਕਰ ਉਦਾਂ ਦੇ ਕਰਮ ਕਰੇ ਤੇ ਕਈ ਦਫਾ ਉਸ ਵਿੱਚੋਂ ਹੀ ਉਹਨਾਂ ਨੂੰ ਉਸ ਕਾਰਜ ਤੋਂ ਖਾਰਜ ਕੀਤਾ ਜਾਂਦਾ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਜੇਕਰ ਸਤਿਗੁਰੂ ਜੀ ਤੋਂ ਦਾਤ ਪ੍ਰਾਪਤ ਕੀਤੀ ਹੈ ਤੇ ਜੇ ਇਮਾਨਦਾਰੀ ਦੇ ਨਾਲ, ਭਾਵਨਾ ਦੇ ਨਾਲ ਸਤਿਗੁਰੂ ਦੇ ਸਨਮੁਖ ਜੁੜੇ ਰਹੀਏ, ਸਤਿਗੁਰੂ ਦਾ ਸ਼ੁਕਰਾਨਾ ਕਰਦੇ ਰਹੀਏ, ਚੰਗੇ ਸ਼ੁਭ ਕਾਰਜ ਕਰਦੇ ਰਹੀਏ ਤੇ ਠੀਕ ਹੈ, ਉਹਦੇ ਵਿੱਚ ਵਾਧਾ ਪ੍ਰਾਪਤ ਹੁੰਦਾ। ਤੇ ਜੇ ਸਤਿਗੁਰੂ ਜੀ ਤੋਂ ਦਾਤ ਲੈ ਕੇ ਸਤਿਗੁਰੂ ਜੀ ਨੂੰ ਭੁੱਲ ਗਏ, ਵਿਸਰ ਗਏ, ਤੇ ਯਾਦ ਰੱਖਿਓ ਪਿਆਰਿਓ, ਸੰਸਾਰ ਦੇ ਵਿੱਚ ਬਾਅਦ ਵਿੱਚ ਉਹ ਦਾਤ ਹੈ ਨਾ ਜਿਹੜੀ ਛੇਤੀ ਦੇਣੇ ਖੁੱਸ ਜਾਂਦੀ, ਸਮੇਂ ਤੋਂ ਪਹਿਲਾਂ ਹੀ। ਸਰਕਾਰ ਬਣੀ ਲੋਕਾਂ ਦੇ ਵਿਸ਼ਵਾਸ ਦੇ, ਤੇ ਸਤਿਗੁਰੂ ਜੀ ਕਹਿੰਦੇ ਚੰਗੇ ਕਰਮ ਨਾ ਕੀਤੇ, ਕਈ ਦਫਾ ਵਿੱਚੋਂ ਹੀ ਉਹ ਸਰਕਾਰ ਹੈ ਨਾ ਜਿਹੜੀ ਉਸ ਵਿਸ਼ਵਾਸ ਤੋਂ, ਉਸ ਕਾਰਜ ਤੋਂ, ਉਸ ਭਾਵਨਾ ਤੋਂ ਕਹਿੰਦੇ ਲੱਥ ਜਾਂਦੀ ਹੈ। ਲੋਕ ਜਿਨ੍ਹਾਂ ਨੇ ਉਹ ਸਰਕਾਰ ਨੂੰ ਚੁਣਿਆ ਬਣਾਇਆ, ਉਹੀ ਲੋਕ ਫਿਰ ਗੱਲਾਂ ਪੇ ਕਰਦੇ ਨੇ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਦਾਤ ਦੇ ਸਤਿਗੁਰੂ ਤੋਂ ਲੈ ਲਈ, ਚੰਗੀ ਵਿਚਾਰ ਬਣ ਗਈ, ਪਰ ਕਈ ਦਫਾ ਫਿਰ ਉਹ ਦਾਤ ਵਿੱਚੋਂ ਹੀ ਖਾਰਜ ਕਰ ਦੇਣੀ ਪੈਂਦੀ ਹੈ, ਵਿੱਚੋਂ ਖੁੱਸ ਜਾਂਦੀ, ਚਲੀ ਜਾਂਦੀ ਹੈ। ਜੇ ਵਿਚਾਰ ਵਧੀਆ ਬਣੇ ਰਹੇ, ਰਿਲੇਸ਼ਨ ਚੰਗੇ ਬਣੇ ਰਹੇ, ਤੇ ਅੱਗੇ ਸਤਿਗੁਰੂ ਜੀ ਹੋਰ 4 ਚੰਨ ਲਾਉਂਦੇ ਨੇ, ਹੋਰ ਬਖਸ਼ਿਸ਼ਾਂ ਵਰਤਾਉਂਦੇ, ਖੁਸ਼ੀਆਂ ਵਰਤਾਉਂਦੇ ਨੇ। ਤੇ ਜੇ ਦਾਤ ਲੈ ਕੇ ਸਤਿਗੁਰੂ ਜੀ ਨੂੰ ਭੁੱਲ ਗਿਆ, ਵਿਸਰ ਗਿਆ, ਜਿਹੜਾ ਕੁਝ ਕੋਲੇ ਉਹ ਵੀ ਖੁੱਸ ਜਾਵੇਗਾ, ਚਲਿਆ ਜਾਵੇਗਾ। ਸਤਿਗੁਰੂ ਜੀ ਕਿਰਪਾ ਕਰਦੇ, ਬਖਸ਼ਿਸ਼ ਕਰਦੇ ਨੇ। ਕਹਿੰਦੇ ਜੇਕਰ ਸਤਿਗੁਰੂ ਨੇ ਦਾਤ ਦਿੱਤੀ ਤੇ ਯਾਦ ਰੱਖਣਾ ਜ਼ਰੂਰੀ ਹੈ। ਜੋ ਵੀ ਭਾਵੇਂ ਸੰਸਾਰ ਦੇ ਵਿੱਚ ਦੁੱਖ ਹੈ, ਭਾਵੇਂ ਸੁੱਖ ਹੈ, ਸਤਿਗੁਰੂ ਦੇ ਨਾਲ ਸ਼ੇਅਰ ਜ਼ਰੂਰ ਕਰ, ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਜ਼ਰੂਰ ਪ੍ਰਾਪਤ ਕਰ। ਜੇਕਰ ਤੈਨੂੰ ਦੁੱਖਾਂ ਦੇ ਵਿੱਚ ਵਿਚਰਨ ਦੀ ਸਤਿਗੁਰੂ ਜੀ ਤਾਕਤ ਦਿੰਦੇ ਨੇ, ਸਮਰੱਥਾ ਦਿੰਦੇ ਨੇ, ਤੇਰੇ ਦੁੱਖਾਂ ਨੂੰ ਘਟਾ ਦਿੰਦੇ, ਨਿਜਾਤ ਬਖਸ਼ਦੇ, ਤੇ ਸੁੱਖਾਂ ਦੇ ਵਿੱਚ ਕਹਿੰਦੇ ਤਾਕਤ ਵੀ ਬਖਸ਼ਣਗੇ, ਤੇਰੇ ਤੇ ਸਮਰੱਥਾ ਵੀ ਬਖਸ਼ਣਗੇ, 4 ਚੰਨ ਹੋਰ ਲੱਗਣਗੇ। ਪਰ ਅਜੋਕੇ ਸਮੇਂ ਦੇ ਵਿੱਚ ਹੁੰਦਾ ਨਹੀਂ ਇੱਦਾਂ। ਤਕਰੀਬਨ 10% ਲੋਕ ਇੱਦਾਂ ਦੀ ਰਹਿ ਗਏ ਜਿਹੜੇ ਸਤਿਗੁਰ ਦੇ ਨਾਲ ਦੁੱਖ ਤੇ ਸੁੱਖ ਜ਼ਾਹਰ ਕਰਦੇ ਆ। ਪਰ ਕਈ ਲੋਕ ਇੱਦਾਂ ਦੇ ਨੇ, ਦੁੱਖ ਤੇ ਜ਼ਾਹਰ ਕਰਦੇ, ਸੁੱਖ ਨੂੰ ਛੁਪਾ ਲੈਂਦੇ ਆ। ਸਤਿਗੁਰ ਦੀ ਬਖਸ਼ੀ ਦਾਤ ਨੂੰ ਲੈ ਕੇ ਭੁੱਲ ਜਾਂਦੇ ਸਤਿਗੁਰ ਜੀ ਨੂੰ। ਬਾਅਦ ਵਿੱਚ ਇਹ ਮਨੁੱਖ ਨੂੰ ਇਹ ਨਹੀਂ ਪਤਾ ਕਿ ਜਿਹੜੀ ਦਾਤ ਦਿੱਤੀ ਹੈ ਇੱਕ ਦਿਨ ਖੁੱਸ ਵੀ ਜਾਣੀ, ਚਲੀ ਵੀ ਜਾਣੀ ਹੈ। ਇਹ ਨਹੀਂ ਵਿਚਾਰ ਪਤਾ। ਜਿਵੇਂ ਕਹਿੰਦੇ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਕਹਿੰਦੇ ਇੱਕ ਗਰੀਬ ਸਿੱਖ ਸੀ, ਉਹਨੇ ਆ ਕੇ ਸਤਿਗੁਰ ਦੇ ਸਨਮੁਖ ਬੇਨਤੀ ਕੀਤੀ, ਸਤਿਗੁਰੂ ਜੀ ਮੈਂ ਸੁਣਿਆ ਤੁਹਾਡੇ ਦਰਕਾਰ ਦੇ ਵਿਖੇ ਸਭ ਕੁਝ ਪ੍ਰਾਪਤ ਹੁੰਦਾ, ਜਿਹੜਾ ਦੁੱਧ ਮੰਗੇ ਨੂੰ ਦੁੱਧ ਪ੍ਰਾਪਤ ਹੁੰਦਾ, ਜਿਹੜਾ ਸੁੱਖ ਮੰਗੇ ਨੂੰ ਸੁੱਖ ਪ੍ਰਾਪਤ ਹੁੰਦਾ, ਜਿਹੜਾ
ਜ਼ਮੀਨ ਜਾਇਦਾਦ ਦੀ ਪੁੱਤਰ ਸਾਖ ਸੰਬੰਧੀ ਕੁਝ ਵੀ ਮੰਗੇ ਉਹਨੂੰ ਕੁਝ ਵੀ ਪ੍ਰਾਪਤ ਹੋ ਜਾਂਦਾ। ਸਤਿਗੁਰੂ ਜੀ ਨੇ ਹੱਸ ਕੇ ਮੁਸਕਰਾ ਕੇ ਕਿਹਾ, ਭਾਈ ਇਹ ਕਰਮਾਂ ਦੀਆਂ ਖੇਡਾਂ, ਚੰਗੇ ਕਰਮ ਕਮਾਈਏ ਚੰਗੀ ਪ੍ਰਾਪਤੀ ਹੋ ਜਾਂਦੀ ਹੈ। ਉਸ ਵੇਲੇ ਉਹ ਕਹਿਣ ਲੱਗਾ, ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰੋ, ਘਰ ਵਿੱਚ ਬਹੁਤ ਗਰੀਬੀ ਹੈ। ਕਈ ਦਫਾ ਇੱਕ ਵਕਤ ਦਾ ਪ੍ਰਸ਼ਾਦਾ ਮਿਲ ਜਾਂਦਾ, ਦੂਜੇ ਦਾ ਮਿਲੇ ਨਾ ਮਿਲੇ ਕੋਈ ਪਤਾ ਨਹੀਂ, ਬਹੁਤ ਗਰੀਬੀ ਹੈ। ਕਈ ਦਫਾ ਜਲ ਦੇ ਨਾਲ ਪੇਟ ਭਰ ਗਈ, ਸੋਣਾ ਪੈਂਦਾ, ਪੈਣਾ ਪੈਂਦਾ, ਗੁਜ਼ਾਰਾ ਕਰਨਾ ਪੈਂਦਾ। ਆਪ ਜੀ ਕਿਰਪਾ ਕਰੋ। ਉਸ ਵੇਲੇ ਸਤਿਗੁਰ ਨੇ ਪੁੱਛਿਆ, ਕਹਿੰਦੇ ਵਿਚਾਰ ਕੀਤੀ ਆਪਣੇ ਮਨ ਹੀ ਮਨ। ਕਹਿੰਦੇ ਇਹ ਵਿਚਾਰਾ ਗਰੀਬ ਹੈ, ਗੁਰੂ ਨਾਨਕ ਦੇ ਦਰ ਕਰ ਵਿਖੇ ਆਇਆ, ਜਿਹੜਾ ਭਾਵਨਾ ਦੇ ਨਾਲ ਨੀਵਾਂ ਹੋ ਕੇ ਸ਼ਰਧਾ ਦੇ ਨਾਲ ਸਤਿਗੁਰ ਦੇ ਸਰਮੁਖ ਆਉਂਦਾ, ਉਹਦੀ ਭਾਵਨਾ ਸਤਿਗੁਰ ਜੀ ਜ਼ਰੂਰ ਪ੍ਰਵਾਨ ਕਰਦੇ ਆ। ਉਸ ਵੇਲੇ ਸਤਿਗੁਰ ਜੀ ਨੇ ਪੁੱਛ ਲਿਆ, ਤੂੰ ਕੰਮ ਕਾਜ ਕੀ ਕਰਨਾ? ਕਹਿੰਦਾ ਜੀ ਇੱਕ ਕਰਿਆਨੇ ਦੀ ਦੁਕਾਨ ਸੀਗੀ ਛੋਟੀ ਜੀ, ਉਹਦੇ ਵਿੱਚੋਂ ਜੋ ਸੀ ਸਭ ਕੁਝ ਖਤਮ ਹੋ ਚੁੱਕਿਆ, ਖਾ ਚੁੱਕੇ ਆ। ਹੁਣ ਤੇ ਇਹ ਹਾਲਤ ਹੋ ਗਈ, ਇੱਕ ਵਕਤ ਪ੍ਰਸ਼ਾਦਾ ਮਿਲਦਾ, ਦੂਜੇ ਵਕਤ ਮਿਲੇ ਨਾ ਮਿਲੇ ਕੋਈ ਪਤਾ ਨਹੀਂ। ਤੇ ਗਰੀਬ ਸਿੱਖ ਤੇ ਸਤਿਗੁਰੂ ਜੀ ਨੇ ਤਰਸ ਕਰਕੇ ਉਹਨੂੰ ਆਖ ਦਿੱਤਾ, ਕਹਿੰਦੇ ਚੰਗਾ ਭਾਈ ਜੇ ਇਸ ਕਰਿਆਨੇ ਦੀ ਦੁਕਾਨ ਦੇ ਵਿੱਚ ਤੂੰ ਬਹਿਣਾ ਏ, ਕਹਿੰਦੇ ਜੀ ਉੱਤੇ ਜਦ ਸਮਾਨ ਵੀ ਹੈ ਨਹੀਂ, ਹੁਣ ਤੇ ਸਭ ਕੁਝ ਖਤਮ ਹੈ, ਹੁਣ ਤੇ ਬਸ ਪਰਮਾਤਮਾ ਦੇ ਹੱਥ ਵਸ ਹੈ, ਉਹਦੇ ਹੱਥ ਵਸ ਡੋਰੀ ਹੈ। ਸਤਿਗੁਰੂ ਨੇ ਪੁੱਛ ਲਿਆ, ਕਹਿੰਦੇ ਚੰਗਾ ਫਿਰ ਉਸੇ ਥਾਂ ਤੇ ਸਫਾਈ ਕਰਕੇ, ਕਿਰਿਆ ਸੋਧ ਕੇ, ਧੂਫ ਅਗਰਬੱਤੀ ਕਰਕੇ ਨਾ ਜੋਤ ਲਗਾ ਕੇ ਸ਼੍ਰੀ ਜਪਜੀ ਸਾਹਿਬ ਦੀ ਗੁਰਬਾਣੀ ਦਾ ਜਾਪ ਕਰਿਆ ਕਰ ਰੋਜ਼ਾਨਾ, ਤੇਰੇ ਤੇ ਕਿਰਪਾ ਰਹਿਮਤ ਵਰਤਣੀ ਸ਼ੁਰੂ ਹੋ ਜਾਵੇਗੀ। ਤੇ ਨਾਲ ਦੀ ਨਾਲ ਦਸਵੰਧ ਕੱਢਦਾ ਰਹੀਂ ਗੁਰੂ ਨਾਨਕ ਦੇ ਦਰ ਕਰ ਦੇ ਲੰਗਰਾਂ ਦਾ। ਉਹ ਕਹਿੰਦਾ ਜੀ 7 ਵਜਣ। ਉਸ ਵਕਤ ਉਹਨੇ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਘਰ ਵਿੱਚ ਆਉਣਾ ਕੀਤਾ। ਕਹਿੰਦੇ ਜਿੱਥੇ ਕਰਿਆਨੇ ਦੀ ਦੁਕਾਨ ਸੀ ਉਸੇ ਕਮਰੇ ਦੇ ਵਿੱਚ ਅੰਮ੍ਰਿਤ ਵੇਲੇ ਉੱਠ ਕੇ ਕਿਰਿਆ ਸੋਧ ਕੇ ਰੋਜ਼ਾਨਾ ਨਿਤਨੇਮ ਅਨੁਸਾਰ ਜਪਜੀ ਸਾਹਿਬ ਦੀ ਗੁਰਬਾਣੀ ਦਾ ਜਾਪ ਕਰਿਆ ਕਰੇ। ਸਤਿਗੁਰ ਦੀ ਕਿਰਪਾ ਰਹਿਮਤ ਵਰਤਣੀ ਸ਼ੁਰੂ ਹੋ ਗਈ। ਹੁਣ ਜਿੱਥੇ ਗੁਰਬਾਣੀ ਦਾ ਜਾਪ ਹੈ ਨਾ, ਖਿਮਾ ਕਰਨੀ ਬੇਨਤੀ ਕਰਦਾ ਪਿਆਰਿਓ, ਉਸ ਘਰ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਬਖਸ਼ਿਸ਼ ਵਰਤਣੀ ਸ਼ੁਰੂ ਹੋ ਜਾਂਦੀ ਹੈ। ਉੱਥੇ ਬਰਕਤ ਵੀ ਰਹਿਣੀ ਸ਼ੁਰੂ ਹੋ ਜਾਂਦੀ ਹੈ। ਲੜਾਈ ਝਗੜੇ ਕਲੇਸ਼ ਦੁੱਖ ਤਕਲੀਫ ਉੱਥੇ ਕੁਝ ਹੱਦ ਤੱਕ ਕਹਿੰਦੇ ਬਹੁਤ ਜ਼ਿਆਦਾ ਉਹਨਾਂ ਤੋਂ ਨਿਜਾਤ ਪ੍ਰਾਪਤ ਹੁੰਦੀ ਹੈ। ਸਤਿਗੁਰ ਦੀ ਕਿਰਪਾ ਰਹਿਮਤ ਹੁੰਦੀ, ਪਰਿਵਾਰ ਵਿੱਚ ਖੁਸ਼ੀਆਂ ਖੇੜੇ ਬਣੇ ਰਹਿੰਦੇ ਨੇ ਜਿੱਥੇ ਗੁਰੂ ਦੀ ਗੁਰਬਾਣੀ ਦਾ ਜਾਪ ਹੈ। ਸਤਿਗੁਰ ਦੀ ਗੁਰਬਾਣੀ ਇਹ ਕਹਿੰਦੀ ਹੈ, ਜਿੱਥੇ ਸਤਿਗੁਰ ਦੀ ਦਾ ਕਿਰਪਾ ਰਹਿਮਤ ਵਰਤਦੀ ਉੱਥੇ ਇਹ ਕਿਰਪਾ ਜ਼ਰੂਰ ਵਰਤਦੀ ਹੈ। ਕਹਿੰਦੇ ਉਹ ਘਰ ਉਹ ਪਰਿਵਾਰ ਇੱਕ ਕੀਲਿਆ ਜਾਂਦਾ, ਜਿਵੇਂ ਗੁਰਬਾਣੀ ਕਹਿੰਦੀ ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੈ ਨਾ ਪਾਈ। ਸਤਿਗੁਰੂ ਜੀ ਕਹਿੰਦੇ ਫਿਰ ਦੁੱਖ ਨਹੀਂ ਲੱਗਦਾ, ਤਾਤੀ ਵਾਉ ਹਵਾ ਤੱਕ ਨਹੀਂ ਲੱਗਦੀ। ਸਤਿਗੁਰੂ ਪਰਮਾਤਮਾ ਆਪ ਸਹਾਈ ਹੁੰਦੇ ਨੇ। ਚੌਗਿਰਦ ਹਮਾਰੇ ਰਾਮਕਾਰ, ਚਾਰੇ ਪਾਸੇ ਕਹਿੰਦੇ ਰਾਮ ਦੇ ਨਾਮ ਦੀ ਲਕੀਰ ਖਿੱਚੀ ਜਾਂਦੀ। ਉਹ ਘਰ ਉਹ ਪਰਿਵਾਰ ਕੀਲਿਆ ਜਾਂਦਾ ਗੁਰਬਾਣੀ ਦੀ ਬਖਸ਼ਿਸ਼ ਰਹਿਮਤ ਦੇ ਨਾਲ। ਤਾਤੇ ਰਹੋ ਵਿਚਾਰ ਸਮਾਂ ਸੀਮਤ ਹੈ। ਕਹਿੰਦੇ ਉਸ ਵੇਲੇ ਉਹ ਜਪਜੀ ਸਾਹਿਬ ਦਾ ਪਾਠ ਰੋਜ਼ਾਨਾ ਕਰਿਆ ਕਰੇ। ਸਤਿਗੁਰ ਦੀ ਕਿਰਪਾ ਰਹਿਮਤ ਵਰਤਣੀ ਸ਼ੁਰੂ ਹੋ ਗਈ। ਹੌਲੀ ਹੌਲੀ ਕਹਿੰਦੇ ਉਹਨਾਂ ਦੇ ਪਰਿਵਾਰ ਦੇ ਵਿੱਚ ਪਰਮਾਤਮਾ ਵੱਲੋਂ ਗੁਰਬਾਣੀ ਦੇ ਪ੍ਰਭਾਵ ਦੇ ਨਾਲ, ਸਤਿਗੁਰ ਦੇ ਰਾਮ ਨਾਮ ਦੇ ਪ੍ਰਭਾਵ ਦੇ ਨਾਲ ਹੌਲੀ ਹੌਲੀ ਕਮਾਈ ਦਾ ਸਾਧਨ ਬਣਨ ਲੱਗ ਪਿਆ। ਉਹਨਾਂ ਨੇ ਥੋੜਾ ਜਿਹਾ ਸਮਾਨ ਲਾ ਕੇ ਉਸੇ ਕਰਿਆਨੇ ਵਿੱਚ ਪਾ ਲਿਆ, ਦੁਕਾਨ ਦੇ ਵਿੱਚ ਅਗਰਬੱਤੀ ਧੂਪਬੱਤੀ ਕਰਕੇ ਕਿਰਿਆ ਸੋਧ ਕੇ ਰੋਜ਼ਾਨਾ ਨਿਤਨੇਮ ਅਨੁਸਾਰ ਗੁਰਬਾਣੀ ਪੜ੍ਹ ਕੇ ਸਤਿਗੁਰ ਦੇ ਚਰਨਾਂ ਵਿੱਚ ਜੁੜ ਜਿਆ ਕਰੇ। ਸਤਿਗੁਰ ਦੀ ਕਿਰਪਾ ਵਰਤਣੀ ਸ਼ੁਰੂ ਹੋ ਗਈ।
ਅੱਜ ਹੋਰ ਕੱਲ ਹੋਰ ਕਰਦੇ ਕਰਦੇ ਕਹਿੰਦੇ ਇਹੋ ਜਿਹਾ ਗੁਰਬਾਣੀ ਦਾ ਪ੍ਰਭਾਵ ਪਿਆ ਕਿ ਉਸ ਦੇ ਗ੍ਰਹਿ ਵੇਖੇ ਬਖਸ਼ਿਸ਼ ਰਹਿਮਤ ਵਰਤ ਗਈ। ਹੌਲੀ ਹੌਲੀ ਕਹਿੰਦੇ ਉਹਨੇ ਇੰਨੀ ਤਰੱਕੀ ਕੀਤੀ, ਕਹਿੰਦੇ ਇਲਾਕੇ ਦੇ ਵਿੱਚ ਉਹੀ ਗਰੀਬ ਅਮੀਰਾਂ ਦੇ ਵਿੱਚੋਂ ਇੱਕ ਨੰਬਰ ਤੇ ਮੰਨਿਆ ਗਿਆ। ਸਤਿਗੁਰ ਦੀ ਕਿਰਪਾ ਹੋ ਗਈ। ਹੁਣ ਇਹ ਗੱਲ ਸੁਭਾਵਿਕ ਹੈ, ਜਦੋਂ ਸਾਡੇ ਕੋਲ ਸੁੱਖ ਆ ਜਾਂਦੇ ਨਾ ਉਦੋਂ ਸਤਿਗੁਰੂ ਜੀ ਨੂੰ ਭੁੱਲ ਜਾਂਦੇ ਆ। ਇਹ ਗੁਰਬਾਣੀ ਦੀ ਪੰਕਤੀ ਉਸ ਵੇਲੇ ਸਾਡੇ ਤੇ ਢੁਕਣਾ ਸ਼ੁਰੂ ਹੋ ਜਾਂਦੀ ਹੈ। ਦਾਤ ਪਿਆਰੀ ਵਿਸਰਿਆ ਦਾਤਾਰਾ, ਜਾਣੈ ਨਾਹੀ ਮਰਨ ਵਿਚਾਰਾ। ਦਾਤ ਲੈ ਕੇ ਦਾਤ ਦੇਣ ਵਾਲੇ ਨੂੰ ਭੁੱਲ ਜਾਂਦੇ ਆ। ਦਾਤ ਲੈ ਕੇ ਦਾਤ ਦੇਣ ਵਾਲੇ ਨੂੰ ਭੁੱਲ ਜਾਂਦੇ ਆ, ਸਤਿਗੁਰੂ ਜੀ ਨੂੰ ਵਿਸਾਰ ਦਿੰਨੇ ਆ। ਤੇ ਇਸ ਤਰ੍ਹਾਂ ਇਹਨੇ ਕੀਤਾ। ਕਹਿੰਦੇ ਹੁਣ ਇਹਦੇ ਨਾਮ ਤੇ ਵੱਡੇ ਵੱਡੇ ਮਾਰਕੀਟਾਂ, ਸ਼ੌਪ, ਵੱਡੇ ਵੱਡੇ ਕਾਰਖਾਨੇ ਬਣ ਗਏ ਨੇ। ਤੇ ਸਤਿਗੁਰੂ ਜੀ ਦੀ ਕਿਰਪਾ ਰਹਿਮਤ ਵਰਤ ਗਈ। ਹੁਣ ਇਹਨੂੰ ਮਾਇਆ ਦਾ ਨਸ਼ਾ ਹੋ ਗਿਆ, ਸਤਿਗੁਰੂ ਜੀ ਭੁੱਲ ਗਏ, ਦਾਤ ਦੇ ਵਿੱਚ ਮੋਹਿਤ ਹੋ ਗਿਆ। ਹੁਣ ਕਹਿੰਦੇ ਨੇ ਸਤਿਗੁਰੂ ਨੂੰ ਇਦਾਂ ਦਾ ਭੁਲਾਇਆ, ਦਸਵੰਧ ਕੱਢਣਾ ਵੀ ਬੰਦ ਕਰ ਦਿੱਤਾ। ਉਹ ਜਿਹੜਾ ਗੁਰਬਾਣੀ ਦਾ ਜਾਪ ਦੱਸਿਆ ਸੀ ਉਹ ਵੀ ਬੰਦ ਕਰ ਦਿੱਤਾ। ਟਾਈਮ ਨਹੀਂ ਲੱਗਦਾ, ਇਹਦਾ ਇੰਨਾ ਅਮੀਰ ਹੋ ਗਿਆ। ਇਦਾਂ ਜਦੋਂ ਸਮਾਂ ਬਤੀਤ ਹੋਇਆ, ਕਹਿੰਦੇ ਗੁਰੂ ਅਮਰਦਾਸ ਮਹਾਰਾਜ ਨੇ ਭੇਜਿਆ ਆਪਣੇ ਕਿਸੇ ਸਿੱਖ ਨੂੰ, ਕਹਿੰਦੇ ਜਾ ਵੀ ਫਲਾਣੇ ਨਗਰ ਦੇ ਵਿੱਚ ਜਾਵੀਂ। ਉਸ ਨਗਰ ਦੇ ਵਿੱਚ ਅੱਜ ਤੋਂ ਕਈ ਸਾਲ ਪਹਿਲਾਂ ਕਹਿੰਦੇ ਇੱਕ ਮਨੁੱਖ ਬਹੁਤ ਗਰੀਬ ਰਹਿੰਦਾ ਸੀ। ਉਹਨੂੰ ਕਵੀ ਗੁਰੂ ਅਮਰਦਾਸ ਮਹਾਰਾਜ ਨੇ ਭੇਜਿਆ ਏ, ਤੇਰੇ ਕੋਲ ਗੁਰੂ ਨਾਨਕ ਦੇ ਦਰ ਕਰਦੇ ਦਸਵੰਧ ਪਏ ਆ ਲੰਗਰਾਂ ਦੇ, ਉਹਦੇ ਜਾ ਕੇ ਸੁਨੇਹਾ ਦੇ ਦੀ। ਕਹਿੰਦੇ ਅੱਜ ਉਹ ਸਾਨੂੰ ਭੁੱਲ ਚੁੱਕਿਆ। ਉਹ ਸਿੱਖ ਗਿਆ, ਜਾ ਕੇ ਉਹਨੇ ਦੱਸਿਆ ਉਸੇ ਤਰ੍ਹਾਂ। ਜਦੋਂ ਸਿੱਖ ਨੇ ਪੁੱਛ ਦੱਸ ਕੇ ਉਹਦੀ ਪੁੱਛ ਪੜਤਾਲ ਕਰਕੇ ਪਹੁੰਚਿਆ, ਉਹ ਸਿੱਖ ਕਹਿਣ ਲੱਗਾ, ਕਹਿੰਦਾ ਮੈਂ ਕਿਸੇ ਅਮਰੂ ਨੂੰ ਨਹੀਂ ਜਾਣਦਾ, ਮੈਂ ਤੇ ਜਿੰਨਾ ਕੁਝ ਬਣਾਇਆ ਆਪਣੀ ਮਿਹਨਤ ਦੇ ਨਾਲ, ਆਪਣੀ ਤਾਕਤ ਦੇ ਨਾਲ, ਆਪਣੀ ਜੋ ਵੀ ਸਟਰਗਲ ਕੀਤਾ ਉਹਦੇ ਮੁਤਾਬਕ ਬਣਾਇਆ। ਉਸ ਵੇਲੇ ਸਤਿਗੁਰ ਦਾ ਸਿੱਖ ਉਹ ਭੇਜਿਆ ਹੋਇਆ, ਉਹਦੇ ਕੋਲੇ ਜਦੋਂ ਗਿਆ ਉਹਨੇ ਇਦਾਂ ਗੱਲਾਂ ਕਹੀਆਂ। ਗੁਰੂ ਵੱਲੋਂ ਭੇਜਿਆ ਸਿੱਖ ਵਾਪਸ ਆ ਗਿਆ, ਉਹਨੇ ਸਾਰੀ ਗੱਲ ਸਤਿਗੁਰੂ ਨੂੰ ਦੱਸ ਦਿੱਤੀ। ਸਤਿਗੁਰੂ ਜੀ ਉੱਤੇ ਮਾਇਆ ਦੇ ਨਸ਼ੇ ਵਿੱਚ ਮੋਹਿਤ ਹੋ ਚੁੱਕੇ ਆ। ਉਹਦੇ ਤੇ ਇੰਨਾ ਮਾਇਆ ਨੇ ਪ੍ਰਭਾਵ ਪਾ ਦਿੱਤਾ, ਉਹਦੀ ਬੁੱਧੀ ਕੰਮ ਨਹੀਂ ਕਰਦੀ। ਉਹਨੇ ਤੇ ਸਤਿਗੁਰੂ ਨਾਨਕ ਦੇ ਦਰ ਕਰਨ ਨੂੰ ਇਦਾਂ ਮੰਦੇ ਬਚਨ ਕਹੇ ਨੇ। ਬਸ ਇਹ ਗੱਲ ਜਦੋਂ ਕਹੀ ਆ ਕੇ ਸਿੱਖ ਨੇ, ਸਤਿਗੁਰੂ ਨੇ ਸੁਭਾਵਿਕ ਵਚਨ ਕਹਿ ਦਿੱਤੇ, ਚੰਗਾ ਭਾਈ ਜੇਕਰ ਸਤਿਗੁਰੂ ਜੀ ਦੇਣ ਜਾਣਦੇ ਆ ਤੇ ਲੈਣ ਵੀ ਜਾਣਦੇ ਆ। ਜੇ ਸਤਿਗੁਰੂ ਜੀ ਦਿੰਦੇ ਆ ਤੇ ਦਿੰਦੇ ਛੱਪੜ ਪਾੜ ਕੇ, ਜੇ ਖੋਂਦੇ ਆ ਤੇ ਖੋਂਦੇ ਥੱਪੜ ਮਾਰ ਕੇ। ਇਹ ਆਮ ਕਹਾਵਤ ਹੈ, ਵਿਚਾਰ ਹੈ। ਉਸ ਵੇਲੇ ਸਤਿਗੁਰੂ ਜੀ ਨੇ ਬਚਨ ਕਹਿ ਦਿੱਤੇ। ਹੁਣ ਇੱਥੇ ਵੀ ਬੇਨਤੀ ਕਰ ਦੇਵਾਂ, ਕਈ ਦਫਾ ਸਾਡੇ ਮਨ ਦੇ ਵਿੱਚ ਜਦੋਂ ਸਤਿਗੁਰੂ ਜੀ ਭੁੱਲ ਜਾਂਦੇ ਆ ਤੇ ਫਿਰ ਕਹਿੰਦੇ ਦਸਵੰਧ ਸਤਿਗੁਰੂ ਜੀ ਆਪਣਾ ਆਪ ਲੈਂਦੇ ਖੁਦ। ਜੇ ਤੇ ਆਪ ਦਸਵੰਧ ਕੱਢਦੇ ਰਹੀਏ, ਕਿਸੇ ਗਰੀਬ ਗੁਰਬੇ ਦੀ ਮਦਦ ਕਰਦੀ, ਲੰਗਰਾਂ ਵਿੱਚ ਕੋਈ ਮਦਦ ਕਰ ਦਿੱਤੀ, ਕੋਈ ਗੁਰੂ ਘਰ ਦੀ ਬਣਦੀ ਇਮਾਰਤ ਵਿੱਚ ਕਾਰ ਸੇਵਾ ਕਰ ਦਿੱਤੀ, ਕਿਸੇ ਪ੍ਰਕਾਰ ਕੋਈ ਵੀ ਸੇਵਾ ਕਰਦੀ ਦਸਵੰਧ ਦੇ ਰੂਪ ਦੇ ਵਿੱਚ। ਸ਼ਮਸ਼ਾਨ ਘਾਟ, ਨਗਰ ਦਾ ਸਕੂਲ ਜਾਂ ਕਿਸੇ ਹੋਰ ਸਾਂਝੇ ਤੌਰ ਤੇ ਕੋਈ ਵੀ ਜਿੱਥੇ ਸੰਗਤ ਦਾ, ਜਿੱਥੇ ਆਮ ਲੋਕਾਂ ਦਾ ਭਲਾ ਹੁੰਦਾ ਹੋਵੇ, ਕਹਿੰਦੇ ਉੱਥੇ ਜਾ ਕੇ ਸੇਵਾ ਕਰ ਦਈਏ। ਤੇ ਕਹਿੰਦੇ ਫਿਰ ਸਤਿਗੁਰ ਦੇ ਦਸਵੰਧ ਨਿਕਲਦੇ ਰਹਿੰਦੇ ਆ। ਜੇ ਨਾ ਕੱਢੀਏ ਫਿਰ ਸਤਿਗੁਰ ਜੀ 4 ਰਸਤਿਆਂ ਦੇ ਜ਼ਰੀਏ ਆਪਣਾ ਦਸਵੰਧ ਕਢਾਉਂਦੇ। ਕਿਵੇਂ? ਪਹਿਲਾ ਹੋ ਗਿਆ ਰਸਤਾ, ਘਰ ਪਰਿਵਾਰ ਦੇ ਵਿੱਚ ਅੱਗ ਲੱਗ ਗਈ, ਲੱਖਾਂ ਦਾ ਨੁਕਸਾਨ ਹੋ ਗਿਆ, ਸਤਿਗੁਰ ਜੀ ਇਦਾਂ ਦਸਵੰਧ ਲੈਂਦੇ ਨੇ। ਦੂਜਾ ਰਸਤਾ, ਕਹਿੰਦੇ ਸਰਕਾਰੀ ਦਰਬਾਰੇ ਕੋਈ ਇਦਾਂ ਦਾ ਝੂਠਾ ਕੇਸ ਪੈ ਗਿਆ, ਕੇਸਾਂ ਦੇ ਉੱਤੇ ਲੱਖਾਂ ਰੁਪਏ ਖਰਚ ਹੋ ਗਏ, ਇਦਾਂ ਦਸਵੰਧ ਲੈਂਦੇ। ਤੀਜੇ ਨੰਬਰ ਤੇ ਡਾਕਟਰੀ ਰਾਹੀਂ, ਡਾਕਟਰੀ ਕੋਈ ਚੰਗਾ ਬਹੁਤ ਵੱਡਾ, ਕਹਿੰਦੇ ਹਿਰਦੇ ਦੇ ਉੱਤੇ ਇਦਾਂ ਦਾ ਕੋਈ ਦੁੱਖ ਆ ਕੇ ਪੈ ਗਿਆ, ਸਰੀਰ ਨੂੰ ਦੁੱਖ ਲੱਗ ਗਿਆ, ਡਾਕਟਰੀ ਰਾਹੀਂ ਸਤਿਗੁਰੂ ਜੀ ਫਿਰ ਦਸਵੰਧ ਕਢਾਉਂਦੇ ਨੇ। ਪੰਜਵਾ ਵਾਹਿਗੁਰੂ। ਚੌਥਾ ਇਦਾਂ ਹੁੰਦਾ ਕਿ ਕੋਈ ਨਾ ਕੋਈ ਦਸਵੰਧ ਕੱਢਣਾ ਪੈਂਦਾ, ਕਿਵੇਂ ਨਾ ਕਿਵੇਂ ਆ ਕੇ ਝੂਠੀ ਲੜਾਈ ਝਗੜਾ ਹੋ ਗਿਆ, ਉਹਦੇ ਤੇ ਮਾਇਆ ਲੱਗ ਗਈ, ਦਸਵੰਧ ਨਿਕਲ ਗਿਆ।
ਸਤਿਗੁਰੂ ਜੀ ਕਹਿੰਦੇ ਫਿਰ ਇਦਾਂ ਹੀ ਗੁਰੂ ਸਤਿਗੁਰੂ ਜੀ ਘਰ ਦੇ ਵਿੱਚ ਚੋਰੀ ਹੋ ਗਈ। ਚੌਥੇ ਨੰਬਰ ਤੇ ਕਹਿੰਦੇ ਲੱਖਾਂ ਦੇ ਰੁਪਈਏ ਚੋਰ ਚੁਰਾ ਕੇ ਲੈ ਗਿਆ। ਇਦਾਂ ਦਸਵੰਧ ਕਢਾਉਂਦੇ ਸਤਿਗੁਰੂ ਜੀ। 4 ਰਸਤੇ ਆ ਫਿਰ ਦਸਵੰਧ ਕੱਢਣ ਦੇ ਗੁਰੂ ਵੱਲੋਂ। ਜਿਹੜਾ ਫਿਰ ਆਪ ਸਤਿਗੁਰੂ ਜੀ ਨੂੰ ਭੁੱਲ ਜਾਵੇ, ਪਹਿਲਾ ਘਰ ਵਿੱਚ ਅੱਗ ਲੱਗ ਜਾਂਦੀ ਹੈ, ਦੂਜਾ ਝੂਠਾ ਕੇਸ ਪੈ ਜਾਂਦਾ, ਤੀਜੇ ਨੰਬਰ ਤੇ ਡਾਕਟਰੀ ਰਾਹੀਂ ਉਹ ਸਾਰੇ ਕਾਰਜ ਜਿਹੜੇ ਹੁੰਦੇ ਨੇ ਉਹ ਨਿਕਲ ਜਾਂਦੇ ਉਧਰ ਦਸਵੰਧ। ਚੌਥਾ ਹੋ ਜਾਂਦਾ ਕਹਿੰਦੇ ਘਰ ਵਿੱਚ ਚੋਰੀ ਹੋ ਗਈ। ਇਹ 4 ਰਸਤੇ ਸਤਿਗੁਰੂ ਜੀ ਵੱਲੋਂ ਕਹਿੰਦੇ ਫਿਰ ਦਸਵੰਧ ਲੈਂਦੇ ਨੇ ਧੱਕੇ ਨਾਲ ਆਪਣੇ ਸੇਵਕ ਤੋਂ, ਮੱਧ ਟਿਕਾਣੇ ਲਿਆਉਂਦੇ। ਫਿਰ ਕਹਿੰਦੇ ਜਦੋਂ ਜਾ ਕੇ ਗੁਰੂ ਸਾਹਿਬ ਜੀ ਨੇ ਇਹ ਬਚਨ ਕਹੇ, ਜੇ ਸਤਿਗੁਰੂ ਜੀ ਦੇਣ ਜਾਣਦੇ ਤੇ ਲੈਣ ਵੀ ਜਾਣਦੇ ਨੇ, ਬਾਅਦ ਵਿੱਚ ਕਹਿੰਦੇ ਉਸੇ ਦਿਨ ਤੋਂ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ। ਇਹਦੇ ਘਰ ਦੇ ਵਿੱਚ ਵੀ ਕਹਿੰਦੇ ਅੱਗ ਲੱਗ ਗਈ, ਲੱਖਾਂ ਦਾ ਸਮਾਨ ਸੜ ਗਿਆ। ਫੈਕਟਰੀਆਂ ਵਿੱਚ ਸ਼ਾਪਾਂ ਦੇ ਵਿੱਚ ਘਾਟਾ ਪੈਣਾ ਸ਼ੁਰੂ ਹੋ ਗਿਆ। ਉਸ ਵੇਲੇ ਜਿਹੜੇ ਟੈਕਸ ਦੇ ਰੂਪ ਦੇ ਵਿੱਚ ਸਰਕਾਰ ਨੇ ਇਹਦੇ ਤੇ ਕੇਸ ਕੀਤਾ ਗੁਰੂ ਪਿਆਰਿਓ, ਉਹ ਕੇਸਾਂ ਦੇ ਵਿੱਚ ਕਾਫੀ ਮਾਇਆ ਲੱਗ ਗਈ। ਇਹ 4 ਹੀ ਰਸਤੇ ਦੇ ਤੇ ਆ ਪੈਣ ਪਏ। ਘਰ ਵਿੱਚ ਚੋਰੀ ਹੋ ਗਈ, ਡਾਕਟਰੀਆਂ ਰਾਹੀਂ ਮਾਇਆ ਨਿਕਲਣ ਲੱਗ ਪਈ। ਇਹ ਸਤਿਗੁਰੂ ਜੀ ਕਹਿੰਦੇ ਹੌਲੀ ਹੌਲੀ ਕਰਦਾ ਕਰਦਾ ਗਰੀਬੀ ਹਾਲਤ ਵਿੱਚ ਆ ਗਏ। ਉਸੇ ਹਾਲਤ ਵਿੱਚ ਆ ਗਿਆ ਜਿਹੜੀ ਹਾਲਤ ਪਹਿਲਾਂ ਸੀ। ਫਿਰ ਬਾਅਦ ਵਿੱਚ ਸਤਿਗੁਰੂ ਜੀ ਚੇਤੇ ਆਏ ਦੁੱਖ ਦੇ ਵਿੱਚ, ਜਾ ਕੇ ਸਤਿਗੁਰੂ ਨੂੰ ਪੁਕਾਰ ਕੀਤੀ, ਸਤਿਗੁਰੂ ਜੀ ਮੈਂ ਪਾਪੀ ਤੁਹਾਨੂੰ ਭੁੱਲ ਚੁੱਕਿਆ ਸੀ, ਬਖਸ਼ ਦਿਓ। ਸਤਿਗੁਰੂ ਜੀ ਕਹਿੰਦੇ ਹੁਣ ਸਮਾਂ ਤੇ ਉਹ ਪ੍ਰਾਪਤ ਨਹੀਂ ਹੋਣਾ, ਬਸ ਇੰਨਾ ਜ਼ਰੂਰ ਹੈ ਤੈਨੂੰ 2 ਵਕਤ ਦਾ ਜਲ ਪਾਣੀ ਪ੍ਰਸ਼ਾਦਾ ਪਾਣੀ ਜ਼ਰੂਰ ਮਿਲੀ ਜਾਵੇਗਾ। ਐਡੀ ਕਿ ਸਤਿਗੁਰੂ ਦੀ ਕਿਰਪਾ ਵਰਤੇਗੀ, ਪਰ ਉਹ ਸਮਾਂ ਨਹੀਂ ਹੁਣ ਮਿਲਣਾ ਤੈਨੂੰ ਦੁਆਰਾ। ਸਤਿਗੁਰੂ ਨੇ ਕਿਰਪਾ ਕਰ ਦਿੱਤੀ। ਤਾਂ ਤੇ ਰਹੋ ਵਿਚਾਰ ਭਾਵ ਕਹਿਣ ਦਾ ਇਹ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਪੁੱਤਰ ਤੇਗ ਬਹਾਦਰ ਦਾ ਵਿਆਹ ਆਨੰਦ ਕਾਰਜਾਂ ਨੇ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਆਪਣੀ ਖੁਸ਼ੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਜ਼ਾਹਰ ਕੀਤੀ ਹੈ, ਪ੍ਰਗਟ ਕੀਤੀ ਹੈ। ਤੇ ਸਾਨੂੰ ਵੀ ਇਦਾਂ ਚਾਹੀਦਾ, ਪਰ ਇਦਾਂ ਦੇ ਲੋਕ ਬਹੁਤੇ ਘੱਟ ਨੇ ਜਿਹੜੇ ਖੁਸ਼ੀ ਸਤਿਗੁਰ ਨੇ ਜ਼ਾਹਰ ਕਰਦੇ। ਗਮੀ ਤਾਂ ਦੁੱਖ ਤੇ ਹਰ ਕੋਈ ਜ਼ਾਹਰ ਕਰਦਾ, ਸ਼ੇਅਰ ਕਰਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ, ਪਰ ਖੁਸ਼ੀ 100 ਦੇ ਵਿੱਚੋਂ 10% ਲੋਕ ਰਹਿ ਗਏ ਨੇ ਜਿਹੜੇ ਸਤਿਗੁਰ ਦੇ ਨਾਲ ਆਪਣੀ ਖੁਸ਼ੀ ਜ਼ਾਹਰ ਕਰਦੇ ਆ। ਤਾਂ ਤੇ ਆਓ ਪਿਆਰੀ ਸੰਗਤ ਜੀ, ਸਮਾਂ ਸਮਾਪਤ ਹੋ ਚੁੱਕਿਆ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ ਅੱਗੇ ਕਿਵੇਂ ਕਰਕੇ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਕਿਰਪਾ ਕਰਦੇ ਨੇ। ਸ਼੍ਰੀ ਤੇਗ ਬਹਾਦਰ ਜੀ ਦੇ ਵਿਆਹ ਆਨੰਦ ਕਾਰਜ ਦੇ ਸੰਬੰਧ ਵਿੱਚ ਇਹ ਬਰਾਤ ਭਾਈ ਲਾਲ ਚੰਦ ਦੇ ਗ੍ਰਹਿ ਵਿਖੇ ਕਿਵੇਂ ਪਹੁੰਚਦੀ ਹੈ, ਕਿਵੇਂ ਸ਼ਗਨਾਂ ਵਿਹਾਰਾਂ ਦੇ ਕਾਰਜ ਹੁੰਦੇ ਆ। ਰਹਿੰਦੀ ਵਿਚਾਰ ਆਪਾਂ ਕੱਲ ਨੂੰ ਸਰਵਣ ਕਰਾਂਗੇ। ਅੱਜ ਦੀ ਵਿਚਾਰ ਇੱਥੋਂ ਤੱਕ ਪ੍ਰਵਾਨ ਕਰਨੀ। ਆਓ ਗੁਰੂ ਚਰਨਾਂ ਦੇ ਵਿੱਚ ਸਮਾਪਤੀ ਕਰਨ ਦਾ ਯਤਨ ਕਰੀਏ। ਸਤਿਗੁਰੂ ਜੀ ਕਿਰਪਾ ਕਰਦੇ 6 ਪੌੜੀਆਂ ਸ਼੍ਰੀ ਆਨੰਦ ਸਾਹਿਬ ਦੇ ਜਾਪ ਕਰਦਿਆਂ ਸਮਾਪਤੀ ਕਰਨ ਦਾ ਯਤਨ ਕਰਾਂਗੇ। ਸਤਿਗੁਰੂ ਜੀ ਕਿਰਪਾ ਕਰਦੇ ਨੇ।